ਪੰਜਾਬੀ ਲੇਖਕ ਬਲਵੰਤ ਗਾਰਗੀ ਦਾ ਨਾਵਲ ਸਵੈ ਜੀਵਨੀ ਨੰਗੀ ਧੁੱਪ ਭਾਗ 14। ਜਦੋਂ ਮੈਨੂੰ ਪਤਾ ਲੱਗਾ ਕਿ ਠਾਕੁਰ ਚੰਡੀਗੜ੍ਹ ਆਇਆ ਹੋਇਆ ਹੈ ਤਾਂ ਮੈਂ ਉਸ ਨੂੰ ਯੂਨਾਨੀ ਨਾਟਕ ਮੀਡੀਆ ਵਿੱਚ ਜੇਸਨ ਦਾ ਪਾਠ ਕਰਨ ਲਈ ਆਖਿਆ। ਉਹ ਵੀ ਮੇਰੇ ਮਨ ਵਿੱਚ ਸੀ ਕਿ ਥੀਏਟਰ ਦੇ ਵਿਦਿਆਰਥੀ ਠਾਕੁਰ ਜਿਹੇ ਵੱਡੇ ਐਕਟਰ ਨਾਲ ਕੰਮ ਕਰਕੇ ਕੁਝ ਸਿੱਖਣਗੇ। ਠਾਕੁਰ ਦੀ ਸੰਵੇਦਨਸ਼ੀਲਤਾ ਅਦਾਕਾਰੀ ਦੀਆਂ ਧੁੰਮਾਂ ਦਿੱਲੀ ਅਤੇ ਬੰਬਈ ਵਿੱਚ ਪੈ ਚੁੱਕੀਆਂ ਸਨ। ਠਾਕੁਰ ਦਾ ਸਾਹਿਤਕ ਪਿਛੋਕੜ ਬਹੁਤ ਪ੍ਰੌੜ ਨਹੀਂ ਸੀ, ਪਰ ਉਸ ਵਿੱਚ ਡੂੰਘੀ ਕਲਾਤਮਕ ਸੂਝ ਅਤੇ ਅਭਿਨੈ ਸ਼ਕਤੀ ਸੀ। ਉਸ ਦੀ ਖੁਰਦਰੀ ਦਾੜੀ, ਉੱਚਾ ਮੱਥਾ ਅਤੇ ਪਹਾੜੀ ਲੋਕਾਂ ਵਰਗੀ ਚਾਲ ਨਾਲ ਉਹ ਕੋਈ ਬਹੁਤਾ ਪ੍ਰਭਾਵਸ਼ਾਲੀ ਨਹੀਂ ਸੀ ਦਿਸਦਾ, ਪਰ ਸਟੇਜ ਉੱਤੇ ਕਮਾਲ ਸੀ। ਉਹ ਮੇਰੇ ਨਾਟਕ ਵਿੱਚ ਪਾਠ ਕਰਨ ਲਈ ਮੰਨ ਗਿਆ। ਹਾਲਾਂਕਿ ਉਹ ਆਪਣੇ ਦੋਸਤਾਂ ਲਈ, ਜਿਨ੍ਹਾਂ ਦੀ ਚੰਡੀਗੜ੍ਹ ਵਿੱਚ ਇੱਕ ਨਾਟਕ ਟੋਲੀ ਸੀ, ਨਾਟਕ ਡਾਇਰੈਕਟ ਕਰਨ ਲਈ ਆਇਆ ਸੀ। ਇਸ ਨਾਟਕ ਵਿੱਚ 3 ਮਰਦ ਅਤੇ 2 ਤੀਵੀਆਂ ਸਨ। ਉਹਨਾਂ ਦੇ ਬਾਕੀ ਦੇ ਕਲਾਕਾਰ ਤਾਂ ਲੱਭ ਲਏ, ਪਰ ਉਹ ਇੱਕ ਐਕਟਰਸ ਦੀ ਤਲਾਸ਼ ਵਿੱਚ ਸਨ ਜੋ ਅੰਨੇ ਕਾਮ ਜਜ਼ਬੇ ਵੱਸ ਹੋਈ ਹੀਰੋਇਨ ਦਾ ਪਾਠ ਕਰ ਸਕੇ। ਠਾਕੁਰ ਨੇ ਮੈਨੂੰ ਪੁੱਛਿਆ ਕਿ ਕੀ ਰਾਜੀ ਉਸਦੇ ਨਾਟਕ ਵਿੱਚ ਪਾਠ ਕਰ ਸਕੇਗੀ। ਮੈਂ ਆਖਿਆ ਜ਼ਰੂਰ, ਪਰ ਉਸਨੂੰ ਪੁੱਛ ਲਵੋ। ਰਾਜੀ ਨੇ ਮੇਰੇ ਨਾਟਕ ਵਿੱਚ ਮੀਡੀਆ ਦਾ ਪਾਠ ਕਰਨ ਲਈ ਤੜਪ ਸੀ ਤੇ ਰਾਜੀ ਨੂੰ ਮੇਰੇ ਨਾਟਕ ਵਿੱਚ ਮੀਡੀਆ ਦਾ ਪਾਠ ਕਰਨ ਲਈ ਤੜਪ ਸੀ ਤੇ ਇਸ ਗੱਲ ਦੀ ਵੀ ਕਿ ਉਹ ਠਾਕੁਰ ਵਰਗੇ ਮਹਾਨ ਐਕਟਰ ਨਾਲ ਕੰਮ ਕਰ ਸਕੇਗੀ। ਇਸ ਤੋਂ ਪਹਿਲਾਂ ਰਾਜੀ ਕਈ ਨਾਟਕਾਂ ਵਿੱਚ ਹੀਰੋਇਨ ਦਾ ਪਾਠ ਅਦਾ ਕਰ ਚੁੱਕੀ ਸੀ ਤੇ ਮੇਰੇ ਨਾਟਕ ਗਰੁੱਪ ਵਿੱਚ ਇਸ ਗੱਲ ਉੱਤੇ 2-3 ਐਕਟਰੈਸਾਂ ਨੂੰ ਰੋਸ ਸੀ। ਇਸ ਲਈ ਮੈਂ ਇਹ ਤਪਦਾ ਹੋਇਆ ਖੂਨੀ ਰੋਲ ਕਿਸੇ ਹੋਰ ਕੁੜੀ ਨੂੰ ਦੇ ਦਿੱਤਾ ਸੀ। ਰਾਜੀ ਇਸ ਗੱਲ ਉੱਤੇ ਭੜਕ ਗਈ। ਉਹ ਮੈਨੂੰ ਆਖਣ ਲੱਗੀ, ਤੈਨੂੰ ਕਿਸ ਦਾ ਡਰ ਹੈ? ਇਹ ਰੋਲ ਤੂੰ ਮੈਨੂੰ ਕਿਉਂ ਨਹੀਂ ਦਿੰਦਾ? ਮੈਂ ਹੋਰ ਕਿਸੇ ਗਰੁੱਪ ਵਿੱਚ ਪਾਰਟ ਨਹੀਂ ਕਰਦੀ, ਨਾ ਕਿਸੇ ਦੀ ਪਰਵਾਹ ਕਰਦੀ ਹਾਂ। ਫਿਰ ਤੇ ਕਿਉਂ ਦੂਜੀਆਂ ਐਕਟਰਸਾਂ ਨੂੰ ਪਰਚਾਉਣ ਦਾ ਯਤਨ ਕਰਦਾ ਹੈ? ਕੀ ਤੂੰ ਮੈਨੂੰ ਚੰਗੀ ਐਕਟਰਸ ਨਹੀਂ ਸਮਝਦਾ? ਕਿਉਂ ਤੂੰ ਇਸ ਵੱਡਾ ਖੂਨੀ ਰੋਲ ਕਿਸੇ ਹੋਰ ਐਕਟਰਸ ਨੂੰ ਦੇ ਰਿਹਾ ਹੈ? ਮੈਂ ਉਸਨੂੰ ਸਮਝਾਇਆ ਕਿ ਥੀਏਟਰ ਗਰੁੱਪ ਵਿੱਚ ਬਾਕੀ ਲੋਕਾਂ ਦਾ ਵੀ ਖਿਆਲ ਰੱਖਣਾ ਪੈਂਦਾ ਹੈ। ਕਈ ਵਾਰ ਇਹੋ ਜਿਹਾ ਮੌਕਾ ਹੁੰਦਾ ਹੈ ਕਿ ਆਪਣੇ ਮਹਿਬੂਬ ਨੂੰ ਤੁਸੀਂ ਉਹ ਚੀਜ਼ ਨਹੀਂ ਦੇ ਸਕਦੇ ਜੋ ਕਿਸੇ ਓਪਰੇ ਨੂੰ। ਥੀਏਟਰ ਗਰੁੱਪ ਚਲਾਉਣਾ ਆਸਾਨ ਨਹੀਂ। ਇਸ ਸਮੇਂ ਤੈਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਪਰ ਉਸ ਉੱਤੇ ਜਿੱਤ ਦਾ ਭੂਤ ਸਵਾਰ ਸੀ। ਉਹ ਤੁਰੰਤ ਫੈਸਲਾ ਕਰਨਾ ਚਾਹੁੰਦੀ ਸੀ। ਉਸਨੇ ਆਪਣੇ ਇਸ ਰੋਲ ਨੂੰ ਆਪਣੀ ਇੱਜ਼ਤ ਦਾ ਸਵਾਲ ਬਣਾ ਲਿਆ। ਮੈਂ ਇਸ ਗੱਲ ਤੋਂ ਵੀ ਪਰੇਸ਼ਾਨ ਸਾਂ ਕਿ ਉਸਨੂੰ ਇਸ ਦੀ ਪਰਵਾਹ ਨਹੀਂ ਸੀ ਕਿ ਥੀਏਟਰ ਗਰੁੱਪ ਟੁੱਟਦਾ ਹੈ ਜਾਂ ਰਹਿੰਦਾ ਹੈ। ਉਸਨੂੰ ਸਿਰਫ ਇਹ ਰੋਲ ਕਰਨ ਦਾ ਜਨੂੰਨ ਸੀ। ਇਸ ਤਰ੍ਹਾਂ ਦਾ ਜਿੱਦੀ ਜਨੂੰਨ ਉਸਨੇ ਕਈ ਵਾਰ ਆਪਣੀ ਇੱਜ਼ਤ ਦਾ ਸਵਾਲ ਬਣਾ ਲਿਆ ਸੀ। ਉਹ ਮੀਡੀਆ ਨੂੰ ਕਈ ਵਾਰ ਪੜ੍ਹ ਚੁੱਕੀ ਸੀ ਤੇ ਉਸਦੀ ਨਾਇਕਾ ਦੀਆਂ ਸਤਰਾਂ ਨੂੰ ਘੋਖ ਚੁੱਕੀ ਸੀ। ਉਹ ਸ਼ਿੱਦਤ ਨਾਲ ਮਹਿਸੂਸ ਕਰ ਰਹੀ ਸੀ ਕਿ ਉਹ ਖੁਦ ਹੀ ਮੀਡੀਆ ਹੈ। ਕਿਸ ਤਰ੍ਹਾਂ ਮੀਡੀਆ ਆਪਣੇ ਆਪ ਨੂੰ ਧੋਖਾ ਦੇ ਕੇ ਜੇਸਨ ਨਾਲ ਦੌੜ ਆਈ ਸੀ ਤੇ ਕਿਸ ਤਰ੍ਹਾਂ ਉਸ ਦੇ ਭਰਾ ਪਿੱਛੇ ਰਹਿ ਗਏ ਸਨ। ਕਿਸ ਤਰ੍ਹਾਂ ਉਹ ਜੇਸਨ ਨਾਲ ਵਿਆਹ ਪਿੱਛੋਂ ਕਈ ਸਾਲ ਉਸ ਦੇ ਨਾਲ ਰਹੀ, ਪਰ ਯੂਨਾਨੀ ਦਰਬਾਰ ਨੇ ਜੰਗਲੀ ਮੀਡੀਆ ਨੂੰ ਨਹੀਂ ਸੀ ਅਪਣਾਇਆ। ਉਹ ਬੇਗਾਨੀ ਹੀ ਰਹੀ ਤੇ ਫਿਰ ਕਿਸ ਤਰ੍ਹਾਂ ਜੇਸਨ ਨੇ ਉਸ ਨੂੰ ਛੱਡ ਕੇ ਬਾਦਸ਼ਾਹ ਕਰਿਆਨ ਦੀ ਧੀ ਨਾਲ ਵਿਆਹ ਕਰਾਉਣ ਦਾ ਫੈਸਲਾ ਕੀਤਾ। ਰਾਜੀ ਵੀ ਇਸ ਤਰ੍ਹਾਂ ਸੋਚਦੀ ਸੀ ਕਿ ਜਿਸ ਤਰ੍ਹਾਂ ਉਹ ਆਪਣੇ ਬਾਪ ਤੇ ਭਰਾਵਾਂ ਨੂੰ ਛੱਡ ਕੇ ਮੇਰੇ ਨਾਲ ਰਹਿ ਰਹੀ। ਹੁਣ ਮੈਂ ਕਿਸੇ ਦੂਸਰੀ ਐਕਟਰਸ ਨੂੰ ਇਹ ਰੋਲ ਦੇ ਰਿਹਾ ਸਾਂ। ਇਹ ਧਰੋਹ ਸੀ, ਗੱਦਾਰੀ। ਉਹ ਬਰਦਾਸ਼ਤ ਨਹੀਂ ਸੀ ਕਰ ਸਕਦੀ। ਜਦ ਮੈਂ ਉਸ ਨੂੰ ਕੋਰਸ ਦਾ ਪਾਠ ਅਦਾ ਕਰਨ ਲਈ ਕਿਹਾ ਤਾਂ ਉਸਨੇ ਨਾਟਕ ਦਾ ਮਸੌਦਾ ਵਗਾਹ ਮਾਰਿਆ ਤੇ ਚਲੀ ਗਈ। ਨਫ਼ਰਤ ਦੇ ਉਬਲਦੇ ਹੋਏ ਝਗੜਿਆਂ ਪਿੱਛੋਂ ਰਾਤ ਨੂੰ ਜਦੋਂ ਉਹ ਸੌਂਦੀ ਤਾਂ ਉਸ ਦਾ ਗੁੱਸਾ ਹੌਲੀ ਹੌਲੀ ਸ਼ਾਂਤ ਹੋ ਜਾਂਦਾ। ਦੂਸਰੇ ਦਿਨ ਉਹ ਸਵੇਰੇ ਉਸੇ ਤਰ੍ਹਾਂ ਮੁਸਕਰਾਉਂਦੀ ਹੋਈ ਰੇਸ਼ਮੀ ਸਰਸਰਾਹਟ ਨਾਲ ਥੀਏਟਰ ਵਿੱਚ ਆਉਂਦੀ ਜਿਵੇਂ ਕੁਝ ਵਾਪਰਿਆ ਹੀ ਨਹੀਂ ਹੁੰਦਾ। ਉਸਦੇ ਅੰਦਰ ਮੁੜ ਪਿਆਰ ਜਗਾਉਣ ਦੀ ਅਥਾਹ ਸ਼ਕਤੀ ਸੀ। ਕਈ ਵਾਰੀ ਉਹ ਲੜ ਕੇ ਜਾਂਦੀ ਸੀ ਤਾਂ ਮੈਂ ਸਮਝਦਾ ਸੀ ਕਿ ਸਾਡੇ ਰਿਸ਼ਤੇ ਦਾ ਇਹ ਬਸ ਅੰਤ ਸੀ। ਮੈਂ ਉਸ ਦੀ ਯਾਦ ਵਿੱਚ ਤੜਫਦਾ, ਉਸਦੇ ਬਿੰਬ ਨੂੰ ਲੋਚਦਾ, ਵੇਗ ਦੀ ਅੱਗ ਵਿੱਚ ਮੱਚਦਾ ਤਾਂ ਉਹ ਅਚਾਨਕ ਪ੍ਰਗਟ ਹੋ ਜਾਂਦੀ। ਦੁਬਾਰਾ ਫਿਰ ਉਹੀ ਰਸਤਾ, ਉਹੀ ਪਿਆਰ, ਉਹੀ ਰਿਸ਼ਤਾ, ਉਹੀ ਪਿਆਰ। 3 ਦਿਨਾਂ ਪਿੱਛੋਂ ਉਹ ਆਈ ਤੇ ਰਿਹਰਸਲ ਵਿੱਚ ਖਾਮੋਸ਼ ਬੈਠ ਗਈ। ਰਿਹਰਸਲ ਪਿੱਛੋਂ ਉਹ ਮੈਨੂੰ ਆਖਣ ਲੱਗੀ, ਤੂੰ ਮੇਰੇ ਦਿਲ ਦੀ ਗੱਲ ਕਿਉਂ ਨਹੀਂ ਸਮਝਦਾ? ਮੈਂ ਇਹ ਰੋਲ ਕਰਨ ਲਈ ਬੇਕਰਾਰ ਹਾਂ। ਠਾਕੁਰ ਵਰਗੇ ਚੰਗੇ ਐਕਟਰ ਨਾਲ ਪਾਠ ਕਰਕੇ ਮੇਰੀ ਕਲਾ ਨਿਖਰੇਗੀ, ਮੈਨੂੰ ਖੁਸ਼ੀ ਤੇ ਸ਼ਾਂਤੀ ਮਿਲੇਗੀ। ਤੂੰ ਕਿਉਂ ਨਹੀਂ ਮੈਨੂੰ ਇਹ ਰੋਲ ਕਰਨ ਦਿੰਦਾ? ਮੈਨੂੰ ਪਤਾ ਨਹੀਂ ਕਿ ਕਿਉਂ ਮੈਂ ਉਸਦੀ ਗੱਲ ਨੂੰ ਨਾ ਮੰਨਿਆ। ਉਸਦੀ ਮੱਲੋ-ਜੋਰੀ ਮੰਗ ਤੋਂ ਮੈਂ ਖਿਝ ਗਿਆ। ਉਹ ਹਰ ਗੱਲ ਨੂੰ ਆਪਣੀ ਇੱਜ਼ਤ ਦਾ ਸਵਾਲ ਬਣਾ ਲੈਂਦੀ ਸੀ। ਯਕਦਮ ਉਸਨੇ ਫੁੰਕਾਰ ਕੇ ਆਖਿਆ, ਤੂੰ ਉਸ ਤੀਵੀ ਨੂੰ ਖੁਸ਼ ਕਰਨਾ ਚਾਹੁੰਦਾ ਹੈ, ਉਸ ਚੜੇਲ ਨੂੰ? ਪਰ ਮੈਂ ਤੈਨੂੰ ਦੱਸ ਦੇਵਾਂ ਕਿ ਜੇ ਤੂੰ ਇਹ ਰੋਲ ਮੈਨੂੰ ਨਾ ਦਿੱਤਾ ਤਾਂ ਮੈਂ ਕਦੇ ਤੇਰੇ ਕਿਸੇ ਨਾਟਕ ਵਿੱਚ ਪਾਰਟ ਨਹੀਂ ਕਰਾਂਗੀ।
तेरी मंग नाजायज़ है, बिल्कुल गलत। मैं गलत औरत हाँ ना? मेरे ख्वाब गलत, मेरा जज्बा गलत, मेरी ख्वाहिश गलत, मेरी मंग गलत। तैनूं हुणे चुनना पवेगा, सही फैसला जां गलत औरत। साडे विच गरम गरम बहस हो गई, तेज तेज झड़पां। ਉਹ ਬੋਲੀ, ਮੈਂ ਤੈਨੂੰ ਦੱਸ ਦੇਵਾਂ ਕਿ ਜੇ ਮੀਡੀਆ ਦਾ ਰੋਲ ਮੈਨੂੰ ਨਾ ਦਿੱਤਾ ਤਾਂ ਤੇਰੀ ਮੇਰੀ ਟੁੱਟ ਜਾਵੇਗੀ। ਮੈਂ ਕਦੇ ਤੇਰੇ ਡਰਾਮੇ ਵਿੱਚ ਪਾਰਟ ਨਹੀਂ ਕਰਾਂਗੀ। ਮੈਨੂੰ ਉਸ ਦੀ ਧਮਕੀ ਉੱਤੇ ਹੋਰ ਵੀ ਗੁੱਸਾ ਆਇਆ, ਉਸ ਦੇ ਜਜ਼ਬਾਤੀ ਬਲੈਕਮੇਲ ਉੱਤੇ। ਮੈਂ ਗੁੱਸੇ ਵਿੱਚ ਆਖਿਆ, ਜੇ ਤੂੰ ਮੇਰੇ ਕਿਸੇ ਨਾਟਕ ਵਿੱਚ ਪਾਰਟ ਨਹੀਂ ਕਰਨਾ ਤਾਂ ਬੇਸ਼ੱਕ ਨਾ ਕਰੀ, ਮੈਨੂੰ ਪਰਵਾਹ ਨਹੀਂ। ਤੇਰਾ ਦਿਮਾਗ ਖਰਾਬ ਹੈ। ਹਾਂ, ਮੇਰਾ ਦਿਮਾਗ ਖਰਾਬ ਹੈ। ਮੈਂ ਪਾਗਲ ਹਾਂ, ਪਾਗਲ। ਮੈਂ ਦੇਖਾਂਗੀ ਕਿਵੇਂ ਕਿਸੇ ਹੋਰ ਟੀਵੀ ਨਾਲ ਨਾਟਕ ਵਿੱਚ ਪਾਰਟ ਕਰਦੀ ਹੈ। ਮੈਂ ਉਸ ਦੀਆਂ ਅੱਖਾਂ ਨੂੰ ਕੱਢ ਸੁੱਟਾਂਗੀ। ਮੈਂ ਉਸ ਨੂੰ ਉਸੇ ਤਰ੍ਹਾਂ ਰੋਂਦੀ ਕੁਰਲਾਉਂਦੀ ਛੱਡ ਕੇ ਬਾਹਰ ਨਿਕਲ ਗਿਆ। ਉਹ ਫਰਸ਼ ਉੱਤੇ ਪਈ ਸਿਸਕੀਆਂ ਭਰਦੀ ਰਹੀ। ਉਸ ਪਿੱਛੋਂ ਉਹ 2 ਦਿਨ ਨਾ ਆਈ। ਮੈਂ ਉਸ ਬਾਰੇ ਸੋਚਦਾ ਹੋਇਆ ਕੋਈ ਕੰਮ ਨਹੀਂ ਸਾ ਕਰ ਸਕਦਾ। ਉਸ ਦੇ ਘਰ ਗਿਆ ਅਤੇ ਉਸ ਨੂੰ ਪ੍ਰੇਰਿਆ ਕਿ ਉਹ ਮੀਡੀਆ ਵਿੱਚ ਕੋਰਸ ਟੀਵੀ ਦਾ ਪਾਠ ਕਰੇ। ਮੈਂ ਸ਼ੁਕਰਗੁਜ਼ਾਰ ਹੋਵਾਂਗਾ। ਕੋਈ ਰੋਲ ਛੋਟਾ ਵੱਡਾ ਨਹੀਂ ਹੁੰਦਾ, ਕਲਾਕਾਰ ਹੀ ਛੋਟੇ ਜਾਂ ਵੱਡੇ ਹੁੰਦੇ ਹਨ। ਵੱਡੀ ਐਕਟਰਸ ਜੇ ਨੌਕਰਾਣੀ ਦਾ ਪਾਠ ਕਰੇ ਤਾਂ ਉਹ ਨੌਕਰਾਣੀ ਮਹਾਰਾਣੀ ਨਾਲੋਂ ਵਧੇਰੇ ਖਿੱਚ ਰੱਖਦੀ ਹੈ। ਉਸ ਨੂੰ ਮੇਰੇ ਨਾਟਕ ਵਿੱਚ ਉਹੀ ਪਾਠ ਕਰਨਾ ਚਾਹੀਦਾ ਹੈ ਜੋ ਮੈਂ ਦੇਵਾਂ। ਉਹ ਜਜ਼ਬੇ ਝੰਬੀ ਪਰੇਸ਼ਾਨ ਹਾਲ ਸੀ। ਉਹ ਬੋਲੀ, ਦੂਜੇ ਲੋਕ ਮੈਨੂੰ ਨਾਟਕਾਂ ਵਿੱਚ ਪਾਠ ਕਰਨ ਲਈ ਮਿੰਨਤਾਂ ਕਰਦੇ ਹਨ, ਪਰ ਤੂੰ ਮੈਨੂੰ ਨਿੱਕੇ ਮੋਟੇ ਪਾਠ ਨਾਲ ਹੀ ਪਰਚਾਉਂਦਾ ਰਹਿੰਦਾ ਹੈ। ਰਾਤ ਮੈਂ ਸੌ ਨਾ ਸਕੀ, ਕਮਰੇ ਵਿੱਚ ਘੁੰਮਦੀ ਰਹੀ, ਹੈਰਾਨ। ਮੇਰਾ ਤੇ ਤੇਰਾ ਕੀ ਰਿਸ਼ਤਾ ਹੈ? ਕਿਉਂ ਮੈਨੂੰ ਹਮੇਸ਼ਾ ਦੁਖੀ ਕਰਦਾ ਹੈ? ਪਰ ਹੁਣ ਮੈਂ ਤੇਰੀ ਹਰ ਗੱਲ ਮੰਨਣ ਲਈ ਝੁਕ ਗਈ ਹਾਂ। ਮੈਂ ਸ਼ਾਂਤ ਹਾਂ, ਕੋਈ ਸ਼ਿਕਾਇਤ ਨਹੀਂ, ਨਾ ਕੋਈ ਗੁਮਾਨ। ਮੈਂ ਇਹੋ ਕੋਰਸ ਟੀਵੀ ਦਾ ਪਾਠ ਕਰਾਂਗੀ। ਪਰ ਇਸ ਪਿੱਛੋਂ ਉਹ ਰਿਹਰਸਲ ਕਰਨ ਲਈ ਨਾ ਆਈ। ਮੈਂ ਹੈਰਾਨ ਸਾਂ ਕਿ ਕੀ ਹੋ ਗਿਆ। ਉਹ ਕੀ ਸੋਚ ਰਹੀ ਸੀ, ਕੀ ਕਰ ਰਹੀ ਸੀ, ਕਿੱਥੇ ਸੀ ਉਹ? ਮੈਂ ਕੈਂਪਸ ਵਿੱਚ ਉਸ ਨੂੰ ਲੱਭਦਾ ਫਿਰਿਆ। ਇਸੇ ਰੋਹ ਵਿੱਚ ਮੈਂ ਉੱਚੇ ਗੋਲ ਕਾਫੀ ਹਾਊਸ ਵੱਲ ਚਲਾ ਗਿਆ, ਸਟੂਡੈਂਟ ਸੈਂਟਰ, ਜੋ ਸੀਮੈਂਟ ਦੀ ਉੱਚੀ ਡੰਡੀ ਉੱਤੇ ਪਿਆਲੇ ਵਾਂਗ ਜਾਪਦਾ ਸੀ। ਮੈਂ ਇਸ ਉੱਪਰ ਚੜ੍ਹਿਆ ਤਾਂ ਮੈਨੂੰ ਮੁੰਡੇ ਕੁੜੀਆਂ ਦੇ ਹਾਸਿਆਂ ਦੀ ਟੁਣਕਾਰ ਸੁਣੀ। ਮੈਂ ਕਿੱਥੇ ਪਿਛਲੇ 6 ਮਹੀਨੇ ਤੋਂ ਨਹੀਂ ਸਾ ਗਿਆ। ਹੁਣ ਦੇਖਿਆ ਕਿ ਮੁੰਡੇ ਕੁੜੀਆਂ ਨਾਲ ਗੱਲ ਕਰਦੇ ਤੇ ਹੱਸਦੇ ਹੋਏ ਕੌਫੀ ਪੀ ਰਹੇ ਸਨ। ਸਿਗਰਟ ਦਾ ਧੂੰਆਂ, ਕੌਫੀ ਦੀ ਭਾਫ਼ ਤੇ ਡੋਸਿਆਂ ਦੀ ਮਹਿਕ। ਮੈਨੂੰ ਨੌਜਵਾਨਾਂ ਦੀ ਚਹਿਲ ਪਹਿਲ ਤੇ ਮਚਲ ਦੀ ਸ਼ਕਤੀ ਸੋਹਣੀ ਲੱਗੀ। ਯਕਦਮ ਮੈਂ ਠਾਕੁਰ ਨੂੰ ਦੇਖਿਆ। ਉਹ ਕੁੱਲੂ ਦੀ ਲਾਲ ਫੱਟੀ ਵਾਲੀ ਟੋਪੀ ਪਾਈ ਇੱਕ ਕੋਨੇ 'ਤੇ ਬੈਠਾ ਸੀ ਤੇ ਉਸ ਨਾਲ ਰਾਜੀ ਸੀ। ਦੋਵੇਂ ਗੱਲਾਂ ਕਰ ਰਹੇ ਸਨ। ਮੈਂ ਦੂਰ ਇੱਕ ਮੇਜ਼ 'ਤੇ ਇਕੱਲਾ ਜਾ ਬੈਠਾ, ਜਿਵੇਂ ਉਸ ਨੂੰ ਦੇਖਿਆ ਨਾ ਹੋਵੇ। ਕੌਫੀ ਪੀਂਦੇ ਹੋਏ ਮੈਨੂੰ ਰਾਜੀ ਦੇ ਹੱਥ 'ਤੇ ਅੱਧ ਲੁਕਿਆ ਚਿਹਰਾ ਨਜ਼ਰ ਆ ਰਿਹਾ ਸੀ, ਚੂੜੀਆਂ ਦੇ ਝੁਮਕੇ। ਉਹ ਇੱਧਰ ਉੱਧਰ ਨਹੀਂ ਸੀ ਦੇਖ ਰਹੀ, ਗੱਲਾਂ ਵਿੱਚ ਡੁੱਬੀ ਹੋਈ ਸੀ। ਜਦੋਂ ਮੈਂ ਉਸ ਨੂੰ ਆਪਣੇ ਵੱਡੇ ਕਾਲੇ ਬਟੂਏ ਵਿੱਚੋਂ ਰੁਪਈਏ ਕੱਢ ਕੇ ਬਿੱਲ ਅਦਾ ਕਰਦੇ ਦੇਖਿਆ ਤਾਂ ਮੈਂ ਮਲਕੜੇ ਜਿਹੇ ਖਿਸਕ ਆਇਆ। ਉਸੇ ਸ਼ਾਮ ਉਹ ਰਿਹਰਸਲ ਵਿੱਚ ਆਈ। ਮੈਂ ਉਸ ਨੂੰ ਪੁੱਛਿਆ ਕਿ ਕਾਫੀ ਹਾਊਸ ਵਿੱਚ ਮੈਂ ਉਸ ਨੂੰ ਦੇਖਿਆ ਸੀ। ਉਹ ਬੋਲੀ, ਹਾਂ, ਠਾਕੁਰ ਆਪਣੀ ਫੈਮਿਲੀ ਦੀਆਂ ਗੱਲਾਂ ਕਰ ਰਿਹਾ ਸੀ। ਬਹੁਤ ਦਿਲਚਸਪ। ਉਸ ਦੀ ਬੀਵੀ ਹੈ ਤੇ 2 ਬੱਚੇ। ਉਸਨੇ ਆਪਣੇ ਘਰ ਤੇ ਟੱਬਰ ਛੱਡ ਦਿੱਤਾ ਕਿਉਂਕਿ ਉਸ ਨੂੰ ਇੱਕ ਕੁੜੀ ਨਾਲ ਪਿਆਰ ਸੀ ਜੋ ਉਸ ਨੂੰ ਇਸ਼ਕ ਕਰਦੀ ਸੀ। ਪਰ ਇਹ ਕੁੜੀ ਨੇ ਉਸ ਨੂੰ ਧੋਖਾ ਦਿੱਤਾ ਤੇ ਉਹ ਉਸੇ ਦੇ ਕਿਸੇ ਦੋਸਤ ਨਾਲ ਵਿਆਹ ਕਰ ਲਿਆ। ਜ਼ਿੰਦਗੀ ਬੜੀ ਅਜੀਬ ਹੈ। ਉਹ ਬਹੁਤ ਮਹਾਨ ਆਦਮੀ ਹੈ। ਰਾਜੀ ਦਾ ਚਿਹਰਾ ਦਗ ਰਿਹਾ ਸੀ ਤੇ ਉਹ ਖੁਸ਼ੀ ਵਿੱਚ ਹੱਸਣ ਲੱਗੀ। ਫਿਰ ਉਹ ਬੋਲੀ, ਤੈਨੂੰ ਪਤਾ ਹੈ ਨਾ ਕਿ ਮੈਂ ਉਸ ਨਾਟਕ ਵਿੱਚ ਪਾਠ ਕਰ ਰਹੀ ਹਾਂ। ਬੜਾ ਖੂਬਸੂਰਤ ਰੋਲ ਹੈ। ਇਹ ਇੱਕ ਅਜਿਹੀ ਟੀਵੀ ਦਾ ਜੋ ਮੁਹੱਬਤ ਵਿੱਚ ਸ਼ੂਕਦੀ, ਕੁੜਦੀ, ਨਫ਼ਰਤ ਕਰਦੀ ਤੇ ਕੂਕਦੀ ਹੈ। ਕੱਲ੍ਹ ਰਾਤ ਮੈਂ ਇਸ ਦੀ ਰਿਹਰਸਲ ਵਿੱਚ ਦੇਰ ਤੱਕ ਕੰਮ ਕਰਦੀ ਰਹੀ। ਤੂੰ ਬੁਰਾ ਤਾਂ ਨਹੀਂ ਨਾ ਮਨਾਇਆ ਇਸ ਗੱਲ ਦਾ? ਉਸਨੇ ਮੇਰੇ ਕੋਲੋਂ ਵੀ ਇਜਾਜ਼ਤ ਲੈ ਲਈ ਸੀ। ਉਹਨਾਂ ਨੂੰ ਲੋੜ ਵੀ ਹੈ ਮੇਰੇ ਵਰਗੀ ਐਕਟਰਸ ਦੀ। ਕੱਲ੍ਹ ਰਾਤ ਰਿਹਰਸਲ ਵੇਲੇ ਉਹ ਐਕਟ ਕਰਕੇ ਦੱਸ ਰਿਹਾ ਸੀ ਕਿ ਇਹ ਪਾਗਲ ਔਰਤ ਕਿਸ ਤਰ੍ਹਾਂ ਚੀਖ ਮਾਰ ਕੇ ਦੌੜ ਪੈਂਦੀ ਹੈ, ਢਿੱਡੋਂ ਨਿਕਲੀ ਚੀਖ। ਤੇ ਉਹ ਖੁਦ ਇੱਕ ਪਾਗਲ ਟੀਵੀ ਵਾਂਗ ਪਾਠ ਕਰਦਾ ਲੰਮੀ ਚੀਖ ਮਾਰਦਾ ਹੋਇਆ ਸਟੇਜ ਉੱਤੇ ਚੱਕਰ ਕੱਢ ਰਿਹਾ ਸੀ। ਬਹੁਤ ਦਿਲਚਸਪ ਸੀ। ਉਸਨੇ ਮੈਨੂੰ ਵੀ ਇਸੇ ਤਰ੍ਹਾਂ ਲੰਮੀ ਚੀਖ ਮਾਰ ਕੇ ਸਟੇਜ ਉੱਤੇ ਵਾਰ ਖਿਲਾਰ ਕੇ ਦੌੜਨ ਲਈ ਆਖਿਆ ਤੇ ਮੈਂ ਲੰਮੀ ਚੀਖ ਮਾਰਦੀ ਹੋਈ ਦੌੜ ਪਈ। ਬੜਾ ਮਜ਼ਾ ਆਇਆ। ਇੱਕੋ ਪਾਗਲ ਚੀਖ ਵਿੱਚ ਮੈਂ ਸਟੇਜ ਦੇ 2 ਚੱਕਰ ਕੱਢ ਲਏ ਤੇ ਫਿਰ ਮੈਂ ਹੱਸਣ ਲੱਗੀ ਤੇ ਮੇਰੀ ਹਾਸੀ ਰੁਕਣ ਵਿੱਚ ਨਹੀਂ ਸੀ ਆਉਂਦੀ ਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਹੱਸਦੀ ਤੇ ਉਹ ਬਹੁਤ ਚੰਗਾ ਡਾਇਰੈਕਟਰ ਹੈ। ਤਿੱਖੀ ਸੂਝ ਅਤੇ ਨਰਮ ਸੁਭਾਅ ਅਤੇ ਬਹੁਤ ਹੀ ਗੰਭੀਰ। ਮੈਂ ਉਸ ਨੂੰ ਸਮਝ ਨਹੀਂ ਸਕੀ ਪਰ ਉਸ ਨਾਲ ਕੰਮ ਕਰਕੇ ਬੜੀ ਖੁਸ਼ੀ ਹੋਈ। ਉਹ ਇਸੇ ਤਰ੍ਹਾਂ ਬੋਲਦੀ ਗਈ। 3-4 ਵਾਰ ਮੈਂ ਗੱਲ ਦਾ ਵਿਸ਼ਾ ਬਦਲਣ ਦੀ ਕੋਸ਼ਿਸ਼ ਕੀਤੀ ਪਰ ਉਹ ਫਿਰ ਉਸੇ ਦੀਆਂ ਗੱਲਾਂ ਕਰਨ ਲੱਗਦੀ। ਠਾਕੁਰ, ਉਸ ਦਾ ਹੁਨਰ, ਉਸ ਦੀ ਗਰੀਬੀ, ਉਸ ਦੀ ਮਾਂ ਦੀ ਬਿਮਾਰੀ ਅਤੇ ਕਿਸ ਤਰ੍ਹਾਂ ਉਹ ਪ੍ਰੋਡਕਸ਼ਨ ਨੂੰ ਬੜੇ ਨਿਗੂਣੇ ਜਿਹੇ ਬਜਟ ਨਾਲ ਤਿਆਰ ਕਰਵਾ ਰਿਹਾ ਸੀ। ਮੈਨੂੰ ਰਾਜੀ ਵਿੱਚ ਇੱਕ ਅਜੀਬ ਤਬਦੀਲੀ ਨਜ਼ਰ ਆਈ। ਉਹ ਸ਼ਾਂਤ ਤੇ ਖੁਸ਼ਗਵਾਰ ਸੀ
ਪਰ ਉਸ ਅੰਦਰ ਨਿਰਲੇਪਤਾ ਦਾ ਅਨਸਰ ਸੀ। ਕੀ ਉਹ ਠਾਕੁਰ ਵਿੱਚ ਗਵਾਚੀ ਹੋਈ ਸੀ, ਜਾਂ ਆਪਣੇ ਰੋਲ ਵਿੱਚ, ਜਾਂ ਥੀਏਟਰ ਦੇ ਸੰਘਣੇ ਕੰਮ ਵਿੱਚ? ਕੀ ਉਹ ਮੈਥੋਂ ਦੂਰ ਜਾ ਰਹੀ ਸੀ, ਜਾਂ ਮੈਨੂੰ ਈਰਖਾ ਸੀ? 2 ਸਾਲ ਪਹਿਲਾਂ ਵਾਲੀ ਵੀ ਇੱਕ ਅਜਿਹੀ ਸਥਿਤੀ ਪੈਦਾ ਹੋਈ ਸੀ। ਮੈਂ ਯੂਰਪ ਗਿਆ ਸਾਂ 2 ਮਹੀਨਿਆਂ ਲਈ। ਮਾਸਕੋ, ਪ੍ਰਾਗ, ਬਰਲਿਨ, ਪੈਰਿਸ, ਹਰ ਸ਼ਹਿਰ ਮੈਨੂੰ ਰਾਜੀ ਦੀਆਂ ਚਿੱਠੀਆਂ ਉਡੀਕਦੀਆਂ ਮਿਲਦੀਆਂ। ਜਦੋਂ ਮੈਂ ਲੰਡਨ ਪਹੁੰਚਾ ਤਾਂ ਕੋਈ ਚਿੱਠੀ ਨਾ ਮਿਲੀ। ਸੋਚਿਆ ਉਹ ਮੇਰੀ ਵਾਪਸੀ ਨੂੰ ਉਡੀਕਦੀ ਹੋਵੇਗੀ, ਇਸੇ ਲਈ ਕੋਈ ਚਿੱਠੀ ਨਹੀਂ ਪਾਈ। ਫਿਰ ਵੀ ਮੇਰੇ ਮਨ ਅੰਦਰ ਚਿੰਤਾ ਜਿਹੀ ਫਿਰ ਗਈ। ਵਾਪਸ ਆਇਆ ਤਾਂ ਉਹ ਮੈਨੂੰ ਆਖਣ ਲੱਗੀ, ਮੈਂ ਇੱਕ ਨਾਟਕ ਵਿੱਚ ਪਾਠ ਕਰ ਰਹੀ ਹਾਂ, ਬ੍ਰੈਖਤ ਦਾ ਖੂਬਸੂਰਤ ਨਾਟਕ ਇਨਸਾਫ ਦੀ ਕੁੰਡਲੀ। ਹਾੜੇ ਕਿਤੇ ਦਿਲ ਨਾਲ ਲਾ ਲੈ ਬੈਠੀ। ਇੱਕ ਸੀਨ ਵਿੱਚ ਮੈਂ ਇੱਕ ਨੌਜਵਾਨ ਮੁੰਡੇ ਨੂੰ ਸੀਨੇ ਨਾਲ ਲਾਉਂਦੀ ਹਾਂ। ਸ਼ਾਮ ਨੂੰ ਰਿਹਰਸਲ ਵਿੱਚ ਗਿਆ ਤਾਂ ਉਹੀ ਸੀਨ ਦੇਖਿਆ। ਰਾਜੀ ਦੀਆਂ ਅੱਖਾਂ ਵਿੱਚ ਸਹਿਬਤ ਦੇ ਡੋਰੇ ਸਨ। ਉਸ ਨੇ ਆਪਣੇ ਹੱਥ ਉਸ ਨੌਜਵਾਨ ਐਕਟਰ ਦੇ ਮੋਢੇ ਉੱਤੇ ਰੱਖਿਆ ਤੇ ਉਸ ਨੂੰ ਘੁੱਟ ਕੇ ਸੀਨੇ ਨਾਲ ਲਾਇਆ। ਉਸ ਪਿੱਛੋਂ ਮੈਂ ਉਸ ਨੂੰ ਡਿਨਰ ਲਈ ਆਖਿਆ ਤਾਂ ਉਹ ਨਾ ਰੁਕੀ। ਉਸ ਨੇ ਐਕਟਰਾਂ ਅਤੇ ਐਕਟਰੈਸਾਂ ਨਾਲ ਹੀ ਸੜਕ ਦੇ ਇੱਕ ਨਿੱਕੇ ਢਾਬੇ ਉੱਤੇ ਰੋਟੀ ਖਾਧੀ। ਰਾਤ ਨੂੰ ਚਿਰ ਹੋ ਗਿਆ ਸੀ ਤੇ ਉਹ ਇਕੱਲੀ ਕਾਰ ਚਲਾਉਣ ਤੋਂ ਡਰਦੀ ਸੀ, ਇਸ ਲਈ ਇੱਕ ਐਕਟਰ ਉਸ ਨੂੰ ਛੱਡਣ ਗਿਆ। ਮੈਨੂੰ ਬਹੁਤ ਗੁੱਸਾ ਆਇਆ। ਦੂਜੇ ਦਿਨ ਜਦੋਂ ਮਿਲੀ ਤਾਂ ਉਸ ਨੇ ਦਲੀਲਾਂ ਦਿੱਤੀਆਂ, ਬਹੁਤ ਸਬਰ ਤੇ ਸਮਝ ਨਾਲ। ਉਸ ਆਖਿਆ ਕਿ ਉਸ ਦਾ ਮਨ ਨਾਟਕ ਵਿੱਚ ਸੀ ਤੇ ਉਹ ਪਿੱਤਲ ਰੰਗੀ ਦਾੜੀ ਵਾਲੇ ਐਕਟਰ ਨਾਲ ਕੋਈ ਤਾਲੁਕ ਨਹੀਂ ਸੀ। ਪਰ ਮੈਨੂੰ ਯਕੀਨ ਸੀ ਕਿ ਇਹੋ ਪਿੱਤਲ ਰੰਗੀ ਦਾੜੀ ਵਾਲਾ ਐਕਟਰ ਉਸ ਨੂੰ ਛੱਡਣ ਗਿਆ ਸੀ। ਰਾਜੀ ਨੇ ਇਹ ਗੱਲ ਨਾ ਮੰਨੀ। ਉਸ ਰਾਤ ਮੈਂ ਕਾਰ ਵਿੱਚ ਮੱਧ ਮਾਰਗ ਉੱਤੇ ਗਿਆ ਤੇ ਦੂਰ ਜਾ ਕੇ ਕਾਰ ਨੂੰ ਦਰਖਤਾਂ ਦੇ ਪਿੱਛੇ ਖੜਾ ਕੀਤਾ ਤੇ ਖੁਦ ਇੱਕ ਝਾੜੀ ਪਿੱਛੇ ਲੁਕ ਗਿਆ ਤੇ ਆਉਂਦੀਆਂ ਹੋਈਆਂ ਕਾਰਾਂ ਨੂੰ ਦੇਖਣ ਲੱਗਾ। ਬਹੁਤ ਠੰਡ ਸੀ। ਇਸ ਤਰ੍ਹਾਂ ਬੈਠਿਆ ਮੈਨੂੰ ਅੱਧੀ ਰਾਤ ਹੋ ਗਈ। ਮੈਂ ਹੈਰਾਨ ਸਾਂ ਕਿ ਉਸ ਨੂੰ ਕੀ ਹੋ ਗਿਆ। ਕਿ ਉਸ ਦੀ ਕਾਰ ਲੰਘ ਗਈ ਸੀ, ਕਿਸੇ ਹੋਰ ਰਸਤੇ ਤਾਂ ਨਹੀਂ ਚਲੀ ਗਈ ਸੀ। ਇੰਨੀ ਦੂਰ ਤਾਂ ਉਹ ਨਹੀਂ ਸੀ ਲਾ ਸਕਦੀ ਰੋਟੀਆਂ ਖਾਂਦਿਆਂ। ਕੀ ਹੋ ਗਿਆ ਸੀ? ਥੱਕਿਆ ਤੇ ਗੁੱਸੇ ਵਿੱਚ ਭਰਿਆ ਮੈਂ ਕਾਰ ਵਿੱਚ ਬੈਠਾ ਤੇ ਉਸੇ ਰਸਤੇ ਵਾਪਸ ਮੁੜਿਆ। ਮੇਰੀ ਕਾਰ ਲੰਘੀ ਤਾਂ ਮੈਂ ਦੇਖਿਆ ਕਿ ਉਹ ਬਾਕੀ ਐਕਟਰਾਂ ਨਾਲ ਬੈਠੀ ਉਸੇ ਢਾਬੇ 'ਤੇ ਚਾਹ ਪੀ ਰਹੀ ਸੀ। ਮੈਂ ਕਾਰ ਖੜੀ ਕੀਤੀ ਤਾਂ ਉਹ ਮੈਨੂੰ ਰਾਤੀ ਇਸ ਵੇਲੇ ਦੇਖ ਕੇ ਹੈਰਾਨ ਹੋਈ। ਉਹਨਾਂ ਨੇ ਮੈਨੂੰ ਚਾਹ ਪੀਣ ਲਈ ਆਖਿਆ। ਮੈਂ ਨਾ ਗਿਆ, ਸਗੋਂ ਘਰ ਵਾਪਸ ਆ ਗਿਆ। ਜਦੋਂ 1 ਮਹੀਨੇ ਪਿੱਛੋਂ ਡਰਾਮਾ ਮੁੱਕ ਗਿਆ ਤਾਂ ਰਾਜੀ ਫਿਰ ਪਹਿਲਾਂ ਵਾਂਗ ਹੀ ਨਿੱਘਾ ਜਜ਼ਬਾਤ ਝਲਕਣ ਲੱਗਾ। ਹੁਣ ਠਾਕੁਰ ਨਾਲ ਕੰਮ ਕਰਦਿਆਂ ਉਸਨੇ ਉਸੇ ਪ੍ਰਕਾਰ ਦੀ ਦਿਲਚਸਪੀ ਦਿਖਾਈ ਤੇ ਮੇਰੇ ਨਾਲ ਉਸੇ ਪ੍ਰਕਾਰ ਦੀ ਨਿਰਲੇਪਤਾ। ਨਹੀਂ, ਇਹ ਨਿਰਲੇਪਤਾ ਵੱਖਰੀ ਕਿਸਮ ਦੀ ਸੀ। ਉਸ ਵਿੱਚ ਇੱਕ ਤਾਤਵਿਕ ਤਬਦੀਲੀ ਆ ਗਈ ਸੀ, ਅਜਿਹੀ ਤਬਦੀਲੀ ਜਿਸ ਨੂੰ ਮੈਂ ਬਰਦਾਸ਼ਤ ਨਹੀਂ ਸੀ ਕਰਦਾ। ਮੈਂ ਉਸ ਨੂੰ ਠਾਕੁਰ ਨਾਲ ਜਾਂਦਿਆਂ ਦੇਖਿਆ ਰਿਹਰਸਲ ਲਈ। ਉਸ ਦੇ ਹੱਥ ਵਿੱਚ ਨਾਟਕ ਦਾ ਸਕ੍ਰਿਪਟ ਅਤੇ ਚਿਹਰੇ 'ਤੇ ਖੁਸ਼ੀ। ਮੈਨੂੰ ਯਕੀਨ ਹੋ ਗਿਆ ਕਿ ਉਹ ਉਸ ਦੀ ਮੁਹੱਬਤ ਵਿੱਚ ਗ੍ਰਿਫਤਾਰ ਸੀ। ਉਹ ਪਹਿਲਾਂ ਹਰ ਰੋਜ਼ ਲੰਚ ਮੇਰੇ ਨਾਲ ਖਾਂਦੀ ਸੀ, ਪਰ ਹੁਣ ਸਮੇਂ ਦੀ ਥੋੜ੍ਹ ਕਰਕੇ ਉਹ ਲੰਚ ਵੀ ਝਟਪਟ ਰਿਹਰਸਲ ਤੋਂ ਪਹਿਲਾਂ ਠਾਕੁਰ ਨਾਲ ਹੀ ਖਾ ਲੈਂਦੀ। ਉਸਨੇ ਦੱਸਿਆ ਕਿ ਲੰਚ ਖਾਂਦਿਆਂ ਉਹ ਉਸ ਦੇ ਰੋਲ ਬਾਰੇ ਗੱਲਾਂ ਕਰਦੇ ਸਨ। ਹਰ ਸਵੇਰੇ ਮੈਂ ਉਸ ਨੂੰ ਆਪਣੇ ਘਰ ਉਡੀਕਦਾ। ਮੇਰੇ ਕੰਨ ਕਿਸੇ ਸਕੂਟਰ ਰਿਕਸ਼ਾ ਦੀ ਫਟ ਜਾਂ ਉਸ ਦੀ ਕਾਰ ਦੀ ਆਵਾਜ਼ ਨੂੰ ਉਡੀਕਦੇ। ਨਿੱਕੀ ਸੜਕ ਉੱਤੇ ਮੈਂ ਹਰ ਆਵਾਜ਼ ਨੂੰ ਉਮੀਦ ਨਾਲ ਸੁਣਦਾ। ਇਹ ਇੰਤਜ਼ਾਰ ਮੇਰੇ ਲਈ ਤਸੀਹਾ ਸੀ, ਹਰ ਮਿੰਟ ਖੰਜਰ ਦੀ ਨੋਕ। ਇਹ ਨਿੱਤ ਦੀ ਸਜ਼ਾ ਸੀ ਜੋ ਮੈਂ ਭੋਗ ਰਿਹਾ ਸਾਂ। 9 ਵਜੇ ਥੱਕਿਆ ਟੁੱਟਿਆ ਮੈਂ ਆਪਣੇ ਕਾਰ ਡਰਾਏ ਦਾ ਕੋਟ ਪਾ ਕੇ ਤਿਆਰ ਹੁੰਦਾ ਤੇ ਥੀਏਟਰ ਵੱਲ ਚਲਾ ਜਾਂਦਾ। ਉਹ ਸਟੂਡੀਓ ਵਿੱਚ ਆਉਂਦੀ, ਤਾਜ਼ਾ ਤੇ ਖੁਸ਼, ਵਾਸ਼ਨਾ ਦਾ ਜਾਦੂ ਫੇਰਦੀ। ਸਟੂਡੀਓ ਉਸ ਦੀ ਵੀ ਮੌਜੂਦਗੀ ਨਾਲ ਭਰ ਜਾਂਦਾ। ਕੁਝ ਚਿਰ ਪਿੱਛੋਂ ਉਹ ਚਲੀ ਜਾਂਦੀ ਤੇ ਪਿੱਛੇ ਵਾਸ਼ਨਾ ਦੀਆਂ ਪੈੜਾਂ ਛੱਡ ਜਾਂਦੀ। ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਕਿਸ ਤਰ੍ਹਾਂ ਮੈਂ ਉਸ ਦੇ ਜਿਸਮ ਦੀ ਭੁੱਖ ਨੂੰ ਆਪਣੇ ਅੰਦਰੋਂ ਮਾਰਾਂ। ਕਈ ਵਾਰ ਉਹ ਮੇਰੀ ਕਾਰ ਮੰਗ ਲੈਂਦੀ ਤਾਂ ਮੈਂ ਉਸ ਨੂੰ ਖੁਸ਼ੀ ਨਾਲ ਚਾਬੀਆਂ ਦੇ ਦਿੰਦਾ। ਉਹ ਠਾਕੁਰ ਨਾਲ ਚਲੀ ਜਾਂਦੀ ਤੇ ਮੈਂ ਆਪਣੇ ਕੰਮਕਾਜ ਕਿਰਾਏ ਦੇ ਸਕੂਟਰ ਰਿਕਸ਼ੇ ਵਿੱਚ ਜਾ ਕੇ ਨਿਬੇੜਦਾ। ਮੈਂ ਇੱਕ ਤਰ੍ਹਾਂ ਦੇ ਤੜਫਦੇ ਹੋਏ ਪ੍ਰੇਮੀ ਦੀ ਹੋਣੀ ਭੋਗ ਰਿਹਾ ਸਾਂ, ਆਤਮ ਬਲੀਦਾਨ ਕਰਨ ਵਾਲੇ ਹੀਰੋ ਦੀ। ਮੈਂ ਇਹ ਗੱਲ ਨਹੀਂ ਸੀ ਸਮਝ ਰਿਹਾ ਕਿ ਸਿਰਫ ਫਿਲਮਾਂ ਵਿੱਚ ਹੀ ਅਜਿਹੇ ਪ੍ਰੇਮੀ ਦੀ ਤੜਫ ਨੂੰ ਦੂਰ ਬੈਠੀ ਹੀਰੋਇਨ ਮਹਿਸੂਸ ਕਰਦੀ ਹੈ, ਪਰ ਜ਼ਿੰਦਗੀ ਵਿੱਚ ਇਹ ਜ਼ਰੂਰੀ ਨਹੀਂ ਕਿ ਮੁਹੱਬਤ ਦੀ ਤੜਫ ਦੀ ਧੜਕਣ ਨੂੰ ਦੂਰ ਬੈਠੀ ਪ੍ਰੇਮਿਕਾ ਮਹਿਸੂਸ ਕਰੇ। ਮੈਂ ਦਿਲੋਂ ਦੁਆ ਕਰਦਾ ਤੇ ਵਿਯੋਗ ਵਿੱਚ ਮੱਚਦਾ ਤੇ ਆਪਣੇ ਕਮਰੇ ਵਿੱਚ ਟਹਿਲਦਾ ਇਸ ਆਸ ਨਾਲ ਕਿ ਸ਼ਾਇਦ ਉਹ ਆ ਜਾਵੇ ਤੇ ਮੇਰਾ ਹਾਲ ਦੇਖੇ। ਪਰ ਉਹ ਨਾ ਆਈ। ਉਹ ਠਾਕੁਰ ਦੀ ਮੁਹੱਬਤ ਵਿੱਚ ਗਰਕ ਸੀ। ਉਸ ਤੋਂ ਆਉਂਦੀ ਹੋਈ ਤੇਜ਼ ਰੋਸ਼ਨੀ ਦਾ ਰੁੱਖ ਬਦਲ ਗਿਆ ਸੀ। ਹੁਣ ਮੈਨੂੰ ਉਸ ਵਿੱਚੋਂ ਗਰਮ ਰੂਹਾਂ ਨਹੀਂ ਸਨ ਆਉਂਦੀਆਂ। ਉਸ ਦੇ ਸਰੀਰ ਵਿੱਚੋਂ ਪਹਿਲਾਂ ਵਰਗਾ ਸੇਕ ਨਹੀਂ ਸੀ ਆਉਂਦਾ। ਉਸ ਦੀਆਂ ਅੱਖਾਂ ਠਾਕੁਰ ਨੂੰ ਢੂੰਡਦੀਆਂ ਸਨ। ਠਾਕੁਰ ਕੋਲ ਪੈਸੇ ਨਹੀਂ ਸਨ ਹੁੰਦੇ। ਰਾਜੀ ਆਪਣੇ ਪੈਸੇ ਬਚਾ ਕੇ ਉਸ ਉੱਤੇ ਖਰਚ ਕਰਦੀ। ਠਾਕੁਰ ਵਿੱਚ ਇੱਕ ਅਜੀਬ ਬੇਪਰਵਾਹੀ ਸੀ। ਉਹ ਮੋਟੀ ਧੌੜੀ ਦੀ ਜੁੱਤੀ ਪਹਿਨਦਾ,
ਚਾਰ ਮੀਨਾਰ ਦੇ ਸਿਗਰਟ ਪੀਂਦਾ ਤੇ ਉਸਨੇ ਸੂਲਾਂ ਵਰਗੀ ਤਿੱਖੀ ਨਿੱਕੀ ਦਾੜੀ ਰੱਖੀ ਸੀ। ਰਿਹਰਸਲ ਪਿੱਛੋਂ ਉਹ ਕਈ ਵਾਰ ਯਕਦਮ ਆਪਣੇ ਦੋਸਤਾਂ ਨਾਲ ਚਲਾ ਜਾਂਦਾ ਤੇ ਰਾਜੀ ਉਸਨੂੰ ਲੱਭਦੀ ਫਿਰਦੀ। ਇਹ ਸਾਰਾ ਕੁਝ ਮੇਰੀਆਂ ਅੱਖਾਂ ਸਾਹਮਣੇ ਵਾਪਰ ਰਿਹਾ ਸੀ ਤੇ ਮੇਰੇ ਦਿਲ ਨੂੰ ਡੋਬ ਪੈ ਜਾਂਦੇ ਸਨ। ਦਸੰਬਰ ਦਾ ਮਹੀਨਾ ਸੀ। ਸ਼ਿਮਲੇ ਬਰਫ਼ ਪੈ ਚੁੱਕੀ ਸੀ ਤੇ ਚੰਡੀਗੜ੍ਹ ਵਿੱਚ ਸਖਤ ਠੰਡੀ ਹਵਾ ਚੱਲ ਰਹੀ ਸੀ। ਮੈਂ ਠਾਕੁਰ ਨੂੰ ਡਿਨਰ ਉੱਤੇ ਬੁਲਾਇਆ ਤੇ ਆਪਣੇ ਨਿੱਕੇ ਪੜ੍ਹਨ ਵਾਲੇ ਕਮਰੇ ਵਿੱਚ ਮੇਜ਼ ਲਵਾ ਦਿੱਤੀ ਸੀ ਤੇ ਬਾਵਰਚੀ ਨੂੰ ਆਖਿਆ ਕਿ ਉਹ ਇੱਥੇ ਹੀ ਖਾਣਾ ਲੈ ਆਵੇ। ਮੈਂ ਖਿੜਕੀਆਂ ਦੇ ਪਰਦੇ ਤਾਣ ਦਿੱਤੇ ਤਾਂ ਜੋ ਬਾਹਰੋਂ ਨਜ਼ਰ ਨਾ ਪਵੇ। ਇਹ ਵੀ ਹੋ ਸਕਦਾ ਸੀ ਕਿ ਰਾਜੀ ਹੀ ਉਸਨੂੰ ਲੱਭਦੀ ਹੋਏ ਇੱਧਰ ਆ ਨਿਕਲੇ ਤੇ ਬਾਹਰੋਂ ਤੱਕ ਲਵੇ। ਮੈਂ ਠਾਕੁਰ ਨੂੰ ਉਡੀਕਦਾ ਸੋਚ ਰਿਹਾ ਸਾਂ ਕਿ ਕਿਸ ਤਰ੍ਹਾਂ ਉਸ ਨੂੰ ਆਪਣੇ ਮਨ ਦੀ ਗੱਲ ਆਖਾਂਗਾ। ਦਰਵਾਜ਼ੇ ਉੱਤੇ ਦਸਤਕ ਥੁਣੀ ਤਾਂ ਇਹ ਠਾਕੁਰ ਸੀ। ਉਸਨੇ ਬੰਦ ਗਲੇ ਦਾ ਸਵੈਟਰ ਪਾਇਆ ਹੋਇਆ ਸੀ ਤੇ ਉੱਪਰੋਂ ਦੀ ਪੂਸਲਾ ਕੋਟ, ਸਿਰ ਉੱਤੇ ਉਹੀ ਲਾਲ ਪੱਟੀ ਵਾਲੀ ਕੁੱਲੂ ਦੀ ਗੋਲ ਉੱਨੀ ਟੋਪੀ। ਮੈਂ ਉਸ ਨਾਲ ਹੱਥ ਮਿਲਾਇਆ, ਤਕੜੇ ਠੰਡੇ ਹੱਥ। ਉਹ ਕਿਸੇ ਦੋਸਤ ਨੂੰ ਮਿਲ ਕੇ 22 ਸੈਕਟਰ ਤੋਂ ਪੈਦਲ ਹੀ ਆਇਆ ਸੀ। ਉਹ ਬਾਰ-ਬਾਰ ਆਪਣੇ ਠੰਡੇ ਹੱਥ ਮਲ ਰਿਹਾ ਸੀ ਤਾਂ ਕਿ ਕੁਝ ਨਿੱਘ ਪਹੁੰਚੇ। ਮੈਂ ਉਸ ਨੂੰ ਬਹੁਤ ਦੇਰ ਤੋਂ ਨਹੀਂ ਸੀ ਮਿਲਿਆ। ਰਾਜੀ ਨੇ ਕੁਝ ਅਜਿਹਾ ਪ੍ਰਭਾਵ ਪਾ ਛੱਡਿਆ ਸੀ ਕਿ ਮੈਂ ਉਸ ਨੂੰ ਮਿਲ ਕੇ ਉਹਨਾਂ ਦੀ ਵਾਧੀ ਦੋਸਤੀ ਦੇ ਵਿੱਚ ਖਲਲ ਨਾ ਪਾ ਦੇਵਾਂ। ਉਹ ਹਰ ਵਕਤ ਹੀ ਕੰਮ ਵਿੱਚ ਰੁੱਝਿਆ ਹੁੰਦਾ ਜਾਂ ਰਾਜੀ ਉਸ ਦੇ ਨਾਲ ਹੁੰਦੀ। ਹੁਣ ਇਕੱਲਿਆਂ ਆਪਣੇ ਰਕੀਬ ਨੂੰ ਮਿਲ ਕੇ ਇੱਕ ਅਜੀਬ ਰਾਹਤ ਮਹਿਸੂਸ ਹੋਈ। ਉਹ ਆਦਮੀ ਜਿਸ ਨੂੰ ਮੈਂ ਖਾਬਾਂ ਵਿੱਚ ਨਫ਼ਰਤ ਕਰਦਾ ਸੀ ਤਾਂ ਕਈ ਵਾਰ ਖੰਜਰ ਮਾਰ ਚੁੱਕਾ ਸਾਂ, ਮੇਰੇ ਦਿਲ ਦੀਆਂ ਡੂੰਘਾਣਾਂ ਵਿੱਚ ਉਹ ਬਦਦੁਆ ਨਿਕਲਦੀ ਕਿ ਰੱਬ ਕਰੇ ਇਹ ਆਦਮੀ ਮਰ ਜਾਵੇ। ਅਸੀਂ ਦੋਵੇਂ ਰੋਟੀ ਖਾਣ ਬੈਠ ਗਏ। ਉਹ ਬੜੇ ਮਜ਼ੇ ਨਾਲ ਮੀਟ ਖਾ ਰਿਹਾ ਸੀ। ਅਸੀਂ ਇੱਕ ਦੂਜੇ ਦੀ ਖੈਰ ਸੁੱਖ ਦੀ ਗੱਲ ਕਰਦਿਆਂ ਤੇ ਨਿੱਕੇ ਨਿੱਕੇ ਖੁਸ਼ਗਵਾਰ ਫਿਕਰੇ ਇੱਕ ਦੂਜੇ ਨੂੰ ਆਖੇ। ਦੋਵੇਂ ਉਡੀਕ ਰਹੇ ਸਾਂ ਕਿ ਕਦੋਂ ਮਹਾਨ ਵਿਸ਼ਾ ਛਿੜਦਾ ਹੈ, ਰਾਜੀ ਦਾ ਵਿਸ਼ਾ। ਉਸਨੇ ਮਸੂੜਿਆਂ ਉੱਤੇ ਜ਼ਬਾਨ ਫੇਰੀ ਤੇ ਮੀਟ ਦੇ ਫਸੇ ਹੋਏ ਟੁਕੜਿਆਂ ਦਾ ਆਨੰਦ ਚੱਖਿਆ। ਉਸਦਾ ਖੁੱਲ੍ਹਾ ਮੂੰਹ ਹਾਲਕ ਤੀਕ ਨਜ਼ਰ ਆਉਂਦਾ ਸੀ। ਇੱਕ ਗੂੰਜਦਾ ਹੋਇਆ ਗਾਰ। ਇਸੇ ਗਾਰ ਵਿੱਚੋਂ ਉਥੈਲੋ ਤੇ ਈਡੀਪਸ ਬਾਦਸ਼ਾਹ ਦੀਆਂ ਥਰਰਾ ਦੇਣ ਵਾਲੀਆਂ ਤਕਰੀਰਾਂ ਨਿਕਲਦੀਆਂ ਸਨ, ਜਿਨ੍ਹਾਂ ਨੂੰ ਸੁਣ ਕੇ ਦਰਸ਼ਕ ਕੰਬ ਉੱਠਦੇ ਸਨ। ਉਹ ਕਿਸੇ ਯੋਗਿਕ ਸ਼ਕਤੀ ਨਾਲ ਪਾਤਰ ਦਾ ਰੂਪ ਧਾਰਨ ਕਰ ਲੈਂਦਾ ਤੇ ਉਸ ਵਿੱਚ ਅਜੀਬ ਕਾਇਆ ਕਲਪ ਹੋ ਜਾਂਦੀ। ਕੋਈ ਚੀਜ਼ ਵਿਗਨ ਨਹੀਂ ਸੀ ਬਣ ਸਕਦੀ। ਉਹ ਖਾਮੋਸ਼ ਆ ਜਾਂਦਾ ਤੇ ਸਾਰਾ ਦਿਨ ਚੁੱਪ ਰਹਿੰਦਾ, ਜਿਵੇਂ ਕਿ ਉਸ ਨੇ ਸਾਰੀਆਂ ਸ਼ਕਤੀਆਂ ਨੂੰ ਆਪਣੇ ਅੰਦਰ ਨਿਚੋੜ ਲਿਆ ਹੋਵੇ। ਫਿਰ ਉਹ ਮੰਚ ਉੱਤੇ ਪ੍ਰਵੇਸ਼ ਕਰਦਾ ਤਾਂ ਉਸ ਵਿੱਚ ਅਦੁੱਤੀ ਜਲਾਅ ਹੁੰਦਾ। ਭਖਦੇ ਜਜ਼ਬੇ ਵਾਲੇ ਸੀਨੇ ਵਿੱਚ ਉਸਦਾ ਮੱਥਾ ਤਪਣ ਲੱਗਦਾ ਤੇ ਗਰਦਨ ਉੱਤੇ ਦੋ ਨਾੜਾਂ ਫੁੱਲ ਜਾਂਦੀਆਂ। ਉਸਦੇ ਮੂੰਹ ਵਿੱਚੋਂ ਸ਼ਬਦ ਗੂੰਜਦੇ ਹੋਏ ਅਗਿਆਰਾਂ ਵਾਂਗ ਨਿਕਲਦੇ। ਉਸਨੇ ਪੁੱਠੇ ਹੱਥ ਨਾਲ ਬੁੱਲ੍ਹ ਪੂੰਝੇ, ਗਲਾ ਸਾਫ਼ ਕੀਤਾ ਤੇ ਚਾਰ ਮੀਨਾਰ ਦਾ ਪੈਕਟ ਕੱਢਿਆ। ਆਪਣੀ ਲੰਮੀ ਪੀਲੀ ਉਂਗਲ ਨਾਲ ਉਸਨੂੰ ਠੋਕਿਆ। ਦੋ ਸਿਗਰਟਾਂ ਦੇ ਸਿਰੇ ਉਭਰੇ। ਇੱਕ ਸਿਗਰਟ ਮੈਨੂੰ ਦਿੱਤੀ ਤੇ ਸੁਲਗਾਈ। ਮੈਂ ਹੌਲੀ-ਹੌਲੀ ਸਿਗਰਟ ਪੀਂਦਾ ਆਪਣੇ ਖਿਆਲਾਤ ਇਕੱਠੇ ਕਰ ਰਿਹਾ ਸਾਂ। ਮੈਂ ਉਸਨੂੰ ਸਭ ਕੁਝ ਦੱਸ ਦਿੱਤਾ ਕਿ ਮੈਂ ਕੀ ਮਹਿਸੂਸ ਕਰ ਰਿਹਾ ਸਾਂ। ਰਾਜੀ ਲਈ ਮੇਰਾ ਅੰਨਾ ਪਿਆਰ। ਬਗੈਰ ਕਿਸੇ ਸ਼ਰਮ ਦੇ ਮੈਂ ਉਸਨੂੰ ਆਪਣੇ ਬਾਰੇ ਦੱਸਦਾ ਗਿਆ ਤੇ ਉਹ ਖਾਮੋਸ਼ ਸੁਣਦਾ ਗਿਆ। ਉਸਨੇ ਆਖਿਆ, ਮੈਨੂੰ ਸਭ ਪਤਾ ਹੈ। ਮੈਂ ਰਾਜੀ ਨੂੰ ਆਖਿਆ ਸੀ ਕਿ ਬਲਵੰਤ ਜੀ ਤੇਰੇ ਨਾਲ ਪਿਆਰ ਕਰਦੇ ਨੇ। ਇਹ ਵੀ ਆਖਿਆ ਸੀ ਕਿ ਮੈਂ ਗਰੀਬ ਹਾਂ। ਮੈਂ ਮੁਹੱਬਤ ਦੀ ਅਯਾਸ਼ੀ ਬਾਰੇ ਨਹੀਂ ਸੋਚਦਾ। ਮੇਰੀ ਬੀਵੀ ਹੈ, 2 ਬੱਚੇ, ਕੋਈ ਨੌਕਰੀ ਨਹੀਂ। ਮੈਨੂੰ ਚਾਹੀਦਾ ਹੈ ਕਿ ਆਪਣੀ ਐਕਟਿੰਗ ਵੱਲ ਧਿਆਨ ਦੇਵਾਂ, ਬੰਬਈ ਜਾਂ ਦਿੱਲੀ ਜਾਣ ਦੀ ਸੋਚਾਂ। ਮੇਰੇ ਲਈ ਸਿਰਫ ਜੱਦੋ-ਜਹਿਦ ਹੈ, ਕੋਈ ਚੀਜ਼ ਨੀਅਤ ਨਹੀਂ। ਪਰ ਉਹ ਮੇਰੇ ਲਈ ਪਾਗਲ ਹੋਈ ਫਿਰਦੀ ਹੈ। ਮੈਂ ਉਸਨੂੰ ਬਹੁਤ ਸਮਝਾਇਆ। ਮੈਂ ਖੁਦ ਹੈਰਾਨ ਹਾਂ ਕਿ ਮੈਂ ਉਸਦੀ ਕਿਉਂ ਪਰਵਾਹ ਨਹੀਂ ਕਰਦਾ, ਕਿਉਂ ਰਿਹਰਸਲਾਂ ਪਿੱਛੋਂ ਗਾਇਬ ਹੋ ਜਾਂਦਾ ਹਾਂ, ਕਿਉਂ ਵਕਤ ਦੇ ਕੇ ਮੈਂ ਨਹੀਂ ਆਉਂਦਾ। ਕੱਲ੍ਹ ਰਾਤ ਉਸਨੇ ਤੁਹਾਡੀ ਕਾਰ ਮੰਗੀ ਤੇ ਦੂਰ 35 ਸੈਕਟਰ ਵਿੱਚ ਮੈਨੂੰ ਛੱਡਣ ਚਲੀ ਗਈ। ਮੈਨੂੰ ਜੁਰਮ ਦਾ ਅਹਿਸਾਸ ਹੁੰਦਾ ਹੈ ਕਿ ਜਦੋਂ ਉਹ ਮੈਨੂੰ ਤੁਹਾਡੀ ਕਾਰ ਵਿੱਚ ਬਿਠਾ ਕੇ ਲੈ ਜਾਂਦੀ ਹੈ ਤੇ ਤੁਸੀਂ ਪਿੱਛੇ ਇਕੱਲੇ ਰਹਿ ਜਾਂਦੇ ਹੋ। ਇਹ ਪਾਪ ਹੈ ਮੇਰੇ ਲਈ। ਤੁਹਾਡੀ ਨੇਕੀ ਤੋਂ ਮੈਨੂੰ ਖੌਫ ਆਉਂਦਾ ਹੈ, ਵਰਨਾ ਮੈਂ ਵੀ ਇਨਸਾਨ ਹਾਂ। ਕਿਹੜੀ ਚੀਜ਼ ਹੈ ਜੋ ਮੈਨੂੰ ਰੋਕਦੀ ਹੈ ਉਸ ਨਾਲ ਸੌਣ ਤੋਂ? ਬਸ ਥੋੜ੍ਹੇ ਦਿਨ ਤੱਕ ਮੈਂ ਚਲਾ ਜਾਵਾਂਗਾ, ਫਿਰ ਸਭ ਕੁਝ ਠੀਕ ਹੋ ਜਾਵੇਗਾ। ਉਹ ਉੱਠ ਖੜ੍ਹਾ ਹੋਇਆ। ਮੈਂ ਉਸਨੂੰ ਬਾਹਰ ਗੇਟ ਤੱਕ ਛੱਡਣ ਗਿਆ ਤੇ ਦੇਖਿਆ ਕਿ ਉਹ ਤੇਜ਼ ਚੱਲਦਾ ਹਨੇਰੇ ਵਿੱਚ ਗੁਆਚ ਗਿਆ। ਮੈਂ ਹੈਰਾਨ ਸਾਂ ਕਿ ਰਾਜੀ ਕਿਵੇਂ ਬਦਲ ਗਈ। ਮੈਂ ਇਹ ਹਕੀਕਤ ਮੰਨਣ ਨੂੰ ਤਿਆਰ ਨਹੀਂ ਸਾਂ, ਪਰ ਅਸਲੀ ਗੱਲ ਇਹ ਸੀ ਕਿ ਮੈਂ ਇਸ ਹਕੀਕਤ ਨੂੰ ਪੂਰੀ ਤਰ੍ਹਾਂ ਮੰਨ ਲਿਆ ਸੀ ਤੇ ਨਿਸ਼ਚਾ ਸ਼ਕਤੀ ਖੋਹ ਬੈਠਾ ਸਾਂ। ਮੈਂ ਗੁੱਸੇ ਵਿੱਚ ਉਬਲਦਾ ਬੇਵੱਸ ਆਪਣੇ ਕਮਰੇ ਵਿੱਚ ਬੈਠਾ ਚਾਹ ਪੀਂਦਾ, ਬਾਹਰਾ ਦੁਨੀਆ ਨੂੰ ਤਾਜਦ ਕੇ ਤੇ ਇਰਾਦਾ ਬਣਦਾ ਕਿ ਮੈਂ ਵੀ ਇਸ ਨੂੰ ਪੂਰੀ ਬੇਲਾਗਤਾ ਦਿਖਾਵਾਂ। ਮੈਨੂੰ ਚਾਹੀਦਾ ਸੀ ਕਿ ਉਸ ਤੋਂ ਬਿਲਕੁਲ ਮੂੰਹ ਮੋੜ ਲਵਾਂ ਤੇ ਉਸਨੂੰ ਆਪਣੇ ਡੂੰਘੇ ਦੁੱਖ ਦਾ ਜ਼ਰਾ ਵੀ ਪਤਾ ਨਾ ਲੱਗਣ ਦੇਵਾਂ।
ਮੈਨੂੰ ਚਾਹੀਦਾ ਸੀ ਕਿ ਕੰਮ ਵਿੱਚ ਮਸ਼ਰੂਫ ਨਜ਼ਰ ਆਵਾਂ, ਸ਼ਾਂਤ ਤੇ ਉਸ ਨੂੰ ਕੋਈ ਮੌਕਾ ਨਾ ਦੇਵਾਂ ਕਿ ਉਹ ਮੇਰੇ ਉੱਤੇ ਤਰਸ ਕਰੇ। ਮੰਗਣਾ ਮੇਰੇ ਲਈ ਡੁੱਬ ਕੇ ਮਰਨ ਵਾਲੀ ਗੱਲ ਸੀ। ਮੈਂ ਕੰਮ ਵਿੱਚ ਰੁੱਝੀ ਹੋਈ ਮੁਸਕਰਾਹਟ ਦਾ ਮਖੌਟਾ ਪਹਿਨ ਲਿਆ, ਪਰ ਜਦੋਂ ਉਸਦੇ ਕਦਮਾਂ ਦੀ ਚਾਪ ਸੁਣਦਾ ਤੇ ਰੇਸ਼ਮੀ ਸਰਾਹਟ ਤਾਂ ਮੇਰਾ ਦਿਲ ਧੱਕ ਧੱਕ ਕਰਨ ਲੱਗਦਾ ਤੇ ਮੈਂ ਝੱਟ-ਪੱਟ ਮੇਜ਼ ਨੂੰ ਫੜ ਲੈਂਦਾ ਜਾਂ ਕਾਗਜ਼ਾਂ ਨੂੰ ਪੈਨ 'ਤੇ ਲਿਖਣ ਲੱਗਦਾ। ਕੁਝ ਵੀ, ਕੋਈ ਚਿੱਠੀ ਕਿਸੇ ਦਫ਼ਤਰ ਨੂੰ ਜਾਂ ਆਪਣੇ ਭਰਾ ਨੂੰ ਜਾਂ ਪਬਲਿਸ਼ਰ ਨੂੰ। ਉਹ ਦਾਖਲ ਹੁੰਦੀ, ਬਹੁਤ ਮਸ਼ਰੂਫ ਹੋ, ਮੈਂ ਤੁਹਾਡੇ ਕੰਮ ਵਿੱਚ ਖਲਲ ਨਹੀਂ ਪਾਵਾਂਗੀ, ਬਸ ਇੱਕ ਟੈਲੀਫੋਨ ਕਰਾਂਗੀ। ਕਰ ਸਕਦੀ ਹਾਂ ਟੈਲੀਫੋਨ। ਉਹ ਡਾਇਲ ਘੁਮਾਉਂਦੀ ਤੇ ਠਾਕੁਰ ਲਈ ਕੋਈ ਸੁਨੇਹਾ ਛੱਡ ਕੇ ਚਲੀ ਜਾਂਦੀ। ਇਸ ਤੋਂ ਪਹਿਲਾਂ ਮੈਂ ਰਾਜੀ ਦੇ ਪਿਆਰ ਵਿੱਚ ਗਰਮੀ ਦੂਰ ਟੈਲੀਫੋਨਾਂ ਰਾਹੀਂ ਵੀ ਮਹਿਸੂਸ ਕਰਦਾ। ਉਹ ਮੈਨੂੰ ਦਿੱਲੀ ਜਾਂ ਬੰਬਈ ਟੈਲੀਫੋਨ ਕਰਦੀ ਤਾਂ ਟੈਲੀਫੋਨ ਦੀਆਂ ਤਾਰਾਂ, ਉਸਦੇ ਸ਼ਬਦ ਅਤੇ ਉਸਦੇ ਸਰੀਰ ਦੀ ਗਰਮੀ ਮੇਰੇ ਤੀਕ ਪਹੁੰਚਦੀ। ਹੁਣ ਉਹ ਮੇਰੇ ਨੇੜੇ ਸੀ, ਪਰ ਉਸ ਨੂੰ ਹੱਥ ਵੀ ਨਹੀਂ ਸਾ ਲਾ ਸਕਦਾ। ਮੈਂ ਉਸ ਦੀਆਂ ਕੱਜਲ ਦੀਆਂ ਡੋਰੀਆਂ ਵਾਲੀਆਂ ਅੱਖਾਂ ਦੇਖਦਾ, ਉਸ ਦਾ ਚਾਂਦੀ ਦਾ ਨੈਕਲਸ ਤੇ ਕਾਂਜੀਵਾਰਮ ਸਿਲਕ ਦੀ ਸਾੜੀ ਜੋ ਮੈਂ ਉਸ ਲਈ ਖਰੀਦੀ ਸੀ। ਉਹ ਇਹਨੂੰ ਪਹਿਨਦੀ ਫਿਰਦੀ ਸੀ। ਮੈਨੂੰ ਉਸ ਦੀਆਂ ਅੱਖਾਂ ਵਿੱਚ ਤੈਰਦੇ ਹੋਏ ਉਹਨਾਂ ਗੁਲਾਬੀ ਡੋਰਿਆਂ ਦਾ ਪਤਾ ਸੀ। ਉਹ ਖਾਸ ਚਮਕਦਾ ਮੇਰੇ ਉਸ ਵੇਲੇ ਵਾਸ਼ਨਾ ਭਰੀਆਂ ਨਜ਼ਰਾਂ ਨਾਲ ਤੱਕਦੀ ਸੀ। ਹੁਣ ਇਹੋ ਰੰਗ ਉਸ ਦੀਆਂ ਅੱਖਾਂ ਵਿੱਚੋਂ ਝਲਕਦਾ ਜਦੋਂ ਉਹ ਠਾਕੁਰ ਵੱਲ ਵੇਖਦੀ। ਉਹ ਮੈਥੋਂ ਕੋਈ ਚੁੱਜ ਲੁਕੋ ਨਹੀਂ ਸੀ ਸਕਦੀ। ਮੈਂ ਉਸਦੇ ਜਜ਼ਬੇ ਦੀ ਹਰ ਹੁਨਰ ਤੇ ਹਰ ਅਦਾ ਤੋਂ ਵਾਕਿਫ ਸਾਂ। ਉਸਦੇ ਤਪਦੇ ਬੁੱਲ, ਉਸਦੀ ਚਿਤਵਨ, ਉਸਦੀ ਜ਼ਹਿਰੀਲੀ ਤੇ ਡੰਗਵੀਂ ਮੁਸਕਰਾਹਟ, ਉਸਦੇ ਜਜ਼ਬੇ ਨੰਗੇ ਸਨ। ਮੈਂ ਕਈ ਘੰਟੇ ਖਾਮੋਸ਼ ਬੈਠਾ ਉਸ ਬਾਰੇ ਸੋਚਦਾ, ਉਸ ਨੂੰ ਡੂੰਘੇ ਪਿਆਰ ਦੀਆਂ ਕਿਰਨਾਂ ਭੇਜਦਾ, ਮਨੋ ਸੰਚਾਰ ਦੁਆਰਾ ਤੇ ਯਕੀਨ ਕਰਦਾ ਕਿ ਇਹ ਜ਼ਰੂਰੀ ਉਸ ਤੱਕ ਪਹੁੰਚਦੀਆਂ ਹੋਣਗੀਆਂ। ਉਹ ਜ਼ਰੂਰ ਮੇਰੇ ਬਾਰੇ ਸੋਚਦੀ ਹੋਵੇਗੀ। ਪਰ ਉਹ ਆਈ ਕਿਉਂ ਨਹੀਂ? ਉਹ ਕੀ ਕਰ ਰਹੀ ਸੀ? ਕੀ ਉਹ ਆਪਣੇ ਘਰ ਵਿੱਚ ਸੀ ਜਾਂ ਠਾਕੁਰ ਨੂੰ ਮਿਲਣ ਗਈ ਸੀ? ਦੋਵੇਂ ਕਿੱਥੇ ਸਨ? ਇੱਕ ਕਾਤੀ ਮੇਰੇ ਢਿੱਡ ਅੰਦਰ ਫਿਰ ਜਾਂਦੀ। ਇਹ ਦਰਦ ਜਿਸਮਾਨੀ ਸੀ। ਸਾਰਾ ਸਰੀਰ ਤੜਪ ਉੱਠਦਾ। ਹਰ ਰਾਤ ਮੈਂ ਇਸੇ ਦੁੱਖ ਦਾ ਵਿੰਨ੍ਹਿਆ ਬਿਸਤਰ ਵਿੱਚ ਡਿੱਗ ਪੈਂਦਾ। ਮੇਰਾ ਸਿਰ ਪਾਟ ਰਿਹਾ ਹੁੰਦਾ ਤੇ ਮੈਂ ਇਸ ਤਸੀਹੇ ਨੂੰ ਹੋਰ ਜ਼ਿਆਦਾ ਲੋਚਦਾ। ਮੈਂ ਇੱਕ ਤਰ੍ਹਾਂ ਆਪਣਾ ਇਮਤਿਹਾਨ ਲੈ ਰਿਹਾ ਸਾਂ ਕਿ ਦੇਖਾਂ ਮੈਂ ਹੋਰ ਕਿੰਨੇ ਕੁ ਦੁੱਖ ਬਰਦਾਸ਼ਤ ਕਰ ਸਕਦਾ ਹਾਂ। ਕੋਈ ਚੀਜ਼ ਮੈਨੂੰ ਸ਼ਾਂਤ ਨਹੀਂ ਸੀ ਕਰਦੀ ਸਿਵਾਏ ਇੱਕ ਚੀਜ਼ ਦੇ, ਇਸ ਔਰਤ ਦੇ ਜਿਸਮ 'ਤੇ ਪੂਰਾ ਕਬਜ਼ਾ। ਮੈਂ ਇਸ ਦਾ ਦੋਸਤ ਬਣ ਕੇ ਨਹੀਂ ਸਾ ਰਹਿ ਸਕਦਾ। ਇਸ ਵਿੱਚ ਬੇਹੱਦ ਮਾਨਸਿਕ ਪੀੜ ਸੀ। ਹਰ ਵੇਲੇ ਕੋਈ ਚੀਜ਼ ਮੇਰੇ ਅੰਦਰ ਟੁੱਟਦੀ ਤੇ ਭੁਰਦੀ ਰਹਿੰਦੀ। ਮੈਂ ਇਸ ਅਵਸਥਾ ਵਿੱਚ ਨਹੀਂ ਸਾ ਰਹਿ ਸਕਦਾ। ਕਿਸੇ ਦੇ ਸਿਆਣੇ ਤੇ ਚੰਗੇ ਸ਼ਬਦ ਮੈਨੂੰ ਸ਼ਾਂਤ ਨਹੀਂ ਸਨ ਕਰ ਸਕਦੇ। ਪਰ ਹਰ ਚੀਜ਼ ਫਿੱਕੀ, ਫੋਕੀ ਅਤੇ ਅਰਥਹੀਣ ਜਾਪਦੀ। ਸਿਰਫ ਉਸ ਦੀਆਂ ਬਾਹਾਂ ਦੀ ਜਕੜ ਹੀ ਨਿੱਗਰ ਅਸਲੀਅਤ ਸੀ। ਇਹਨਾਂ ਦਾ ਹੀ ਅਰਥ ਸੀ ਮੇਰੇ ਲਈ। ਉਸ ਨੂੰ ਲੋਚਦਾ, ਉਸ ਲਈ ਤੜਫਦਾ ਹੋਇਆ ਕਈ ਵਾਰ ਮੈਂ ਸੱਤ ਕੇ ਪੁੱਠੀਆਂ ਦੁਆਵਾਂ ਮੰਗਦਾ, ਰੱਬ ਕਰੇ ਉਹ ਮੈਨੂੰ ਨਫ਼ਰਤ ਕਰੇ, ਮੈਨੂੰ ਬਿਲਕੁਲ ਛੱਡ ਦੇਵੇ ਤੇ ਠਾਕੁਰ ਨਾਲ ਵਿਆਹ ਕਰ ਲਵੇ, ਉਸ ਨਾਲ ਰਹੇ, ਉਸ ਨਾਲ ਕੰਮ ਕਰੇ ਤੇ ਉਸ ਨਾਲ ਡਰਾਮਿਆਂ ਵਿੱਚ ਪਾਰਟ ਕਰੇ, ਉਸ ਦੀ ਰੋਟੀ ਪਕਾਵੇ ਤੇ ਜ਼ਿੰਦਗੀ ਭੋਗੇ। ਠਾਕੁਰ ਉਸਦੇ ਤਿੱਖੇ ਮਜ਼ਾਜ ਅਤੇ ਈਰਖਾ ਭਰੀ ਸ਼ੱਕੀ ਹੋਂ ਨੂੰ ਬਰਦਾਸ਼ਤ ਨਹੀਂ ਕਰ ਸਕੇਗਾ। ਫਿਰ ਉਹ ਰੋਵੇਗੀ ਤੇ ਗਾਲਾਂ ਕੱਢੇਗੀ ਤੇ ਉਸ ਪਾਗਲ ਔਰਤ ਵਾਂਗ ਕੂਕਾਂ ਮਾਰਦੀ ਫਿਰੇਗੀ ਜਿਸ ਪਾਗਲ ਔਰਤ ਦਾ ਰੋਲ ਉਹ ਸਟੇਜ ਉੱਤੇ ਕਰ ਰਹੀ ਸੀ। ਇੱਕ ਦਿਨ ਰਾਜੀ ਥੀਏਟਰ ਵਿੱਚ ਆਈ ਤੇ ਉਸਨੇ ਠਾਕੁਰ ਬਾਰੇ ਪੁੱਛਿਆ। ਠਾਕੁਰ ਨੇ ਉਸ ਨੂੰ ਮਿਲਣ ਦਾ ਵਾਅਦਾ ਕੀਤਾ ਸੀ ਪਰ ਉਹ ਨਹੀਂ ਸੀ ਆਇਆ। ਮੈਂ ਰਾਜੀ ਨੂੰ ਰੁਕਣ ਲਈ ਕਿਹਾ ਪਰ ਉਸ ਨੂੰ ਕਾਹਲੀ ਸੀ। ਉਹ ਬੋਲੀ, ਮੈਂ ਧੋਂਦੀ ਪੱਕੀ ਹਾਂ। ਇੱਕੋ ਵੇਲੇ ਸਿਰਫ ਇੱਕੋ ਆਦਮੀ ਨੂੰ ਪਿਆਰ ਕਰ ਸਕਦੀ ਹਾਂ। ਮੇਰੇ ਅੰਦਰ ਤੇਰੇ ਲਈ ਪਿਆਰ ਦਾ ਜਜ਼ਬਾ ਮਰ ਚੁੱਕਾ ਹੈ। ਤੈਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਇਹ ਹਕੀਕਤ ਹੈ। ਬਿਹਤਰ ਹੈ ਕਿ ਅਸੀਂ ਦੋ ਦੋਸਤਾਂ ਵਾਂਗ ਰਹੀਏ ਤੇ ਇੱਕ ਦੂਜੇ ਦੀ ਮਦਦ ਕਰੀਏ। ਤੂੰ ਆਪਣੀ ਸਿਹਤ ਖਰਾਬ ਕਰ ਲਈ। ਮੈਂ ਆਵਾਂਗੀ, ਤੇਰੇ ਲਈ ਰੋਟੀਆਂ ਪਕਾਵਾਂਗੀ, ਤੇਰੇ ਨਾਟਕਾਂ ਵਿੱਚ ਵੀ ਕੰਮ ਕਰਾਂਗੀ ਜੇ ਤੂੰ ਚਾਹੇਂ। ਪਰ ਆਪਣਾ ਪਹਿਲਾ ਰਿਸ਼ਤਾ ਮੁੱਕ ਚੁੱਕਾ ਹੈ। ਉਹ ਸ਼ਾਂਤਮਈ ਸੁਹਿਰਦਾ ਨਾਲ ਇਹ ਗੱਲ ਆਖ ਰਹੀ ਸੀ। ਮੈਨੂੰ ਦੁੱਖ ਵਿੱਚ ਗਰਸਿਆ ਦੇਖ ਕੇ ਉਹ ਬੋਲੀ, ਇਹ ਉਸ ਸ਼ਾਮ ਦੀ ਗੱਲ ਹੈ ਜਦੋਂ ਤੂੰ ਮੈਨੂੰ ਰੋਂਦੀ ਕੁਰਲਾਉਂਦੀ ਨੂੰ ਛੱਡ ਕੇ ਚਲਾ ਗਿਆ ਸੈਂ। ਮੈਂ ਰੋਲ ਦੀ ਭਿੱਖਿਆ ਮੰਗ ਰਹੀ ਸੀ ਤੇ ਤੇਰੇ ਕੋਲੋਂ। ਬਸ ਉਸੇ ਰਾਤ ਤੂੰ ਮੇਰੇ ਲਈ ਮਰ ਗਿਆ। ਮੈਂ ਫਰਸ਼ ਉੱਤੇ ਪਈ ਰੋ ਰਹੀ ਸਾਂ। ਠਾਕੁਰ ਆਪਣਾ ਸਕ੍ਰਿਪਟ ਚੁੱਕਣ ਲਈ ਆਇਆ। ਉਸਨੇ ਮੈਨੂੰ ਦੇਖਿਆ ਤੇ ਆਪਣੇ ਹੱਥ ਮੇਰੇ ਮੋਢੇ ਉੱਤੇ ਰੱਖ ਕੇ ਮੈਂ ਕਿਉਂ ਰੋ ਰਹੀ ਸੀ। ਉਸਦੇ ਹੱਥ ਵਿੱਚ ਨਿੱਘ ਸੀ, ਮਨੁੱਖਤਾ ਦਾ ਨਿੱਘ। ਉਸ ਵੇਲੇ ਮੈਨੂੰ ਇਸੇ ਹੱਥ ਦੀ ਲੋੜ ਸੀ ਜੋ ਮੈਨੂੰ ਧੀਰਜ ਦਿੰਦਾ, ਸ਼ਕਤੀ ਦਿੰਦਾ, ਸਮਝ ਦਿੰਦਾ। ਉਸ ਦਾ ਇਹ ਹੱਥ ਹਮਦਰਦੀ ਦਾ ਚਸ਼ਮਾ ਬਣ ਗਿਆ। ਮੈਂ ਹੌਲੀ ਹੌਲੀ ਸ਼ਾਂਤ ਹੋ ਗਈ ਤੇ ਉਸਨੇ ਮੈਨੂੰ ਪੁੱਛਿਆ ਕਿ ਮੈਨੂੰ ਕੀ ਦੁੱਖ ਸੀ।
ਤਾਂ ਮੈਂ ਉਸਨੂੰ ਸਾਰੀ ਕਹਾਣੀ ਦੱਸ ਦਿੱਤੀ। ਉਸਨੇ ਬੜੀ ਉਦਾਰਤਾ ਨਾਲ ਮੈਨੂੰ ਆਪਣੇ ਨਾਟਕ ਵਿੱਚ ਪਾਰਟ ਕਰਨ ਲਈ ਆਖਿਆ। ਮੈਨੂੰ ਪਤਾ ਸੀ ਕਿ ਉਸਦੇ ਦਿਲ ਵਿੱਚ ਠਾਕੁਰ ਲਈ ਪਿਆਰ ਉਬਲ ਰਿਹਾ ਸੀ। ਉਹ ਉਸੇ ਦੀ ਫਿਕਰ ਕਰਦੀ, ਉਸੇ ਦੇ ਕੰਮ ਕਰਦੀ, ਉਸੇ ਦੀ ਉਡੀਕ ਕਰਦੀ। ਜਦੋਂ ਵੀ ਮੈਂ ਉਸਨੂੰ ਠਾਕੁਰ ਨਾਲ ਸੰਬੰਧ ਬਾਰੇ ਪੁੱਛਿਆ, ਉਹ ਗੱਲ ਨੂੰ ਟਾਲ ਜਾਂਦੀ। ਮੈਂ ਹੁਣ ਯਕਦਮ ਸਵਾਲ ਕੀਤਾ, ਠਾਕੁਰ ਨਾਲ ਕੀ ਰਿਸ਼ਤਾ ਹੈ ਤੇਰਾ? ਸਿਰਫ ਦੋਸਤੀ। ਤੂੰ ਉਸਨੂੰ ਪਸੰਦ ਕਰਦੀ ਹਾਂ? ਹਾਂ, ਪਰ ਇੱਕ ਐਕਟਰ ਦੇ ਤੌਰ 'ਤੇ। ਤੂੰ ਉਸਨੂੰ ਮੁਹੱਬਤ ਕਰਦੀ ਹੈ? ਬਕਵਾਸ। ਤੂੰ ਉਸ ਨਾਲ ਸੁੱਤੀ ਹੈ? ਉਸਦੇ ਚਿਹਰੇ ਉੱਤੇ ਗੁੱਸਾ ਦੌੜ ਗਿਆ ਅਤੇ ਉਸਦੀਆਂ ਨਸਾਂ ਕੰਬਣ ਲੱਗੀਆਂ। ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਪੁੱਛਦਿਆਂ? ਮੈਂ ਫਿਰ ਪੁੱਛਿਆ, ਤੂੰ ਉਸ ਨਾਲ ਸੁੱਤੀ ਹੈ? ਮੈਨੂੰ ਦੱਸ, ਮੈਂ ਜਲ ਰਿਹਾ ਹਾਂ। ਮੈਂ ਤੇਰੀ ਮਿੰਨਤ ਕਰਦਾ ਹਾਂ, ਮੈਨੂੰ ਸੱਚੀ ਗੱਲ ਦੱਸ। ਆਖ ਕੇ ਤੂੰ ਉਸ ਨਾਲ ਸੁੱਤੀ ਹੈ। ਆਖ ਮੈਨੂੰ ਇਹ ਗੱਲ ਕਿ ਬਲਦੇ ਬਲਦੇ ਅੰਗਿਆਰੇ ਪਾ ਕੇ ਦੇ ਮੇਰੇ ਕੰਨਾਂ ਵਿੱਚ। ਮੈਂ ਇਹੋ ਸ਼ਬਦ ਤੇਰੇ ਮੂੰਹ ਸੁਣਨ ਲਈ ਤੜਫ ਰਿਹਾ ਹਾਂ। ਬਸ ਇਹੋ ਸ਼ਬਦ ਮੈਨੂੰ ਸ਼ਾਂਤ ਕਰ ਸਕਦੇ। ਮੈਂ ਤੇਰੀ ਮਿੰਨਤ ਕਰਦਾ ਹਾਂ ਕਿ ਆਖ ਕਿ ਤੂੰ ਉਸੇ ਦੀ ਹੈ। ਇੱਕ ਕੋੜੀ ਮੁਸਕਰਾਹਟ ਉਹਦੇ ਚਿਹਰੇ ਉੱਤੇ ਨਮੂਦਾਰ ਹੋਈ ਅਤੇ ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਨਫ਼ਰਤ ਨਾਲ ਚਮਕਣ ਲੱਗੀਆਂ। ਤੂੰ ਕਿੰਨਾ ਨੀਚ ਹੈ, ਕਿੰਨਾ ਗਿਰਿਆ ਆ। ਮੈਂ ਤੈਨੂੰ ਨਫ਼ਰਤ ਕਰਦੀ ਹਾਂ। ਆਪਣੇ ਆਪ ਨੂੰ ਵੱਡਾ ਲੇਖਕ ਸਮਝਦਾ ਹੈ, ਇੱਕ ਜੀਨੀਅਸ, ਇੱਕ ਮੀਨਾਰ। ਯਕਦਮ ਖੂਨ ਮੇਰੇ ਸਿਰ 'ਤੇ ਚੜਿਆ ਅਤੇ ਮੈਂ ਗਰਜਿਆ, ਕਮਜਾਤੇ, ਤੂੰ ਬਜ਼ਾਰੀ ਰੰਡੀ ਨਾਲੋਂ ਵੀ ਭੈੜੀ ਹੈ। ਉਹ ਗੁੱਸੇ ਵਿੱਚ ਬਿਖਰੀ। ਤੂੰ ਮੈਨੂੰ ਰੰਡੀ ਆਖਿਆ? ਜਿਹੜਾ ਪਿਆਰ ਮੈਂ ਤੈਨੂੰ ਦਿੱਤਾ, ਕੀ ਇਹ ਰੰਡੀ ਦਾ ਪਿਆਰ ਸੀ? ਮੈਂ ਤੇਰੇ ਪੈਰ ਧੋਤੇ, ਆਪਣੀ ਮਾਂਗ ਵਿੱਚ ਸੰਧੂਰ ਭਰਿਆ, ਤੇਰੀ ਖਾਤਰ ਲਹੂ ਡੋਲਿਆ। ਕੀ ਇਹ ਰੰਡੀ ਦਾ ਪਿਆਰ ਸੀ? ਮੈਂ ਆਪਣੇ ਬੱਚੇ ਛੱਡੇ, ਤੇਰੇ ਪਿੱਛੇ ਪਿੱਛੇ ਹਰ ਥਾਂ ਗਈ, ਤੇਰੀ ਸੇਵਾ ਕੀਤੀ, ਮਿੰਨਤ ਮੁਰਾਦਾਂ ਮੰਗਦੀ ਰਹੀ ਤੇਰੇ ਲਈ। ਕੀ ਇਹ ਰੰਡੀ ਦਾ ਪਿਆਰ ਸੀ? ਦੱਸ ਮੈਨੂੰ ਝੂਠੇ ਕਮੀਨੇ, ਬੋਲ। ਉਸ ਦੀਆਂ ਅੱਖਾਂ ਵਿੱਚ ਜਨੂੰਨ ਦੀਆਂ ਤਰੇੜਾਂ ਨਜ਼ਰ ਆਈਆਂ, ਇੱਕ ਵਹਿਸ਼ੀ ਚਮਕ। ਗੁੱਸਾ ਉਸਦੇ ਢਿੱਡ ਦੀ ਗਹਿਰਾਈ ਤੋਂ ਉਬਲਦਾ ਤੇ ਉਸਦੇ ਸਿਰ ਨੂੰ ਚੜ੍ਹ ਜਾਂਦਾ। ਉਹ ਅਜਿਹੀ ਮਨੋਸਥਿਤੀ ਵਿੱਚ ਪਹੁੰਚ ਗਈ ਜਿੱਥੋਂ ਕੋਈ ਦਲੀਲ ਜਾਂ ਮਿੰਨਤ ਵਿਅਰਥ ਬਣ ਜਾਂਦੇ ਹਨ। ਨਫ਼ਰਤ ਨਾਲ ਭਮਾ ਸਕੋੜ ਕੇ ਉਹ ਬੋਲੀ, ਮੈਂ ਤੈਨੂੰ ਕਦੇ ਮਾफ़ ਨਹੀਂ ਕਰ ਸਕਾਂਗੀ ਉਸ ਪਾਪ ਲਈ ਜੋ ਤੂੰ ਕੀਤਾ। ਪਾਪ? ਹਾਂ, ਤੇਰਾ ਪਾਪ। ਮੈਂ ਉਸਨੂੰ ਆਪਣੇ ਸਰੀਰ ਵਿੱਚ ਲਈ ਫਿਰਦੀ ਰਹੀ। ਤੂੰ ਮੁਕਤ ਹੋ ਗਿਆ ਅਤੇ ਮੈਂ ਉਸਦੀ ਕੈਦੀ। ਮੈਨੂੰ ਇਕੱਲੀ ਨੂੰ ਭੋਗਣਾ ਪਿਆ ਸਭ ਕੁਝ। ਹੇ ਈਸ਼ਵਰ, ਤੇਰੇ ਬੀਜ ਮੇਰੀ ਕੁੱਖ ਵਿੱਚ ਪਲਦਾ ਰਿਹਾ, ਤੇਰਾ ਨਾਪਾਕ ਬੀਜ। ਅਤੇ ਤੂੰ ਡਰਾਮੇ ਦੀ ਪ੍ਰੋਡਕਸ਼ਨ ਵਿੱਚ ਮਸ਼ਰੂਫ ਸਾਂ, ਰਹੱਸਾਂ ਵਿੱਚ, ਰੋਲ ਵੰਡਣ ਵਿੱਚ, ਆਪਣੇ ਪਾਤਰਾਂ ਦੇ ਮਨੋ ਵਿਸ਼ਲੇਸ਼ਣ ਵਿੱਚ। ਤੈਨੂੰ ਕੀ ਪਤਾ ਮੈਂ ਕੀ ਦੁੱਖ ਝੱਲੇ? ਮੈਨੂੰ ਪਤਾ ਹੈ, ਮੈਨੂੰ ਪਤਾ ਹੈ। ਇੱਕ ਕਦਮ ਉਹ ਪਿੱਛੇ ਹਟ ਗਈ। ਖਬਰਦਾਰ ਜੂ ਮੇਰੇ ਨੇੜੇ ਆਇਆ। ਤੇਰੇ ਨਕਸ਼ ਬਦਲ ਗਏ ਹਨ, ਤੇਰਾ ਚਿਹਰਾ ਬਦਲ ਗਿਆ ਹੈ, ਬਿਲਕੁਲ ਮੇਰੇ ਖਾਵੰਦ ਵਰਗਾ ਹੋ ਗਿਆ ਹੈ ਤੇਰਾ ਚਿਹਰਾ। ਉਹ ਪਾਟੀ ਹੋਈ ਤੱਕਣੀ ਤੇਰੀਆਂ ਅੱਖਾਂ ਵਿੱਚ ਅਤੇ ਉਹੀ ਖੁਦ ਗਰਜ ਸ਼ਹਿਵਤ। ਮੈਂ ਹੈਰਾਨ ਹਾਂ, ਤੂੰ ਕੌਣ ਹੈ? ਇਹ ਪਾਪ ਕੀ ਮੈਂ ਤੇਰੇ ਨਾਲ ਕੀਤਾ, ਤੇਰੀ ਖਾਤਰ ਕੀਤਾ? ਕਿਸ ਤਰ੍ਹਾਂ ਹੋ ਗਿਆ ਇਹ? ਪਰ ਇਹ ਮੈਥੋਂ ਹੋ ਗਿਆ ਕਿਉਂਕਿ ਮੇਰੇ ਅੰਦਰ ਤੂੰ ਦੁਸ਼ਟ ਬੈਠਾ ਸੈਂ। ਉਸ ਵੇਲੇ ਮੈਂ ਜਾਂਦੀ ਕਿੱਥੇ, ਕੀ ਕਰਦੀ ਇਸ ਭਿੱਟੇ ਹੋਏ ਸਰੀਰ ਦਾ, ਇਸ ਪਾਪੀ ਸਰੀਰ ਦਾ ਜਿਸ ਵਿੱਚ ਤੇਰਾ ਬੀਜ ਪਲ ਰਿਹਾ ਸੀ। ਮੈਂ ਇਸ ਗੱਲ ਨੂੰ ਆਪਣੇ ਮਾਂ-ਬਾਪ ਤੋਂ ਲੁਕੋਇਆ। ਮੇਰੇ ਕੋਲ ਪੈਸੇ ਨਹੀਂ ਸਨ। ਮੈਂ ਇੱਕ ਸਹੇਲੀ ਕੋਲੋਂ ਪੈਸੇ ਉਧਾਰੇ ਫੜ ਕੇ ਡਾਕਟਰ ਕੋਲ ਗਈ। ਰੱਬ ਹੀ ਜਾਣਦਾ ਹੈ ਕਿ ਮੇਰੇ ਅੰਦਰ ਉਸ ਵੇਲੇ ਇੰਨੀ ਸ਼ਕਤੀ ਕਿੱਥੋਂ ਆ ਗਈ। ਅਕੇਲੀ ਮੇਜ਼ ਉੱਤੇ ਪਈ ਮੈਂ ਉਸ ਸਮੇਂ ਤੇਰੇ ਬਾਰੇ ਸੋਚਿਆ। ਕਿੱਥੇ ਸੀ ਤੂੰ ਉਸ ਵੇਲੇ? ਮੈਨੂੰ ਮਾफ़ ਕਰ ਦੇ, ਮੈਂ ਸਮਝਦਾ ਹਾਂ ਤੇਰੀ ਪੀੜ। ਬਕਵਾਸ ਨਾ ਕਰ, ਉਹ ਗਰਜ ਕੇ ਬੋਲੀ। ਕਿਹੜਾ ਆਦਮੀ ਹੈ ਜੋ ਤੀਵੀਂ ਦੀ ਇਸ ਪੀੜ ਨੂੰ ਸਮਝ ਸਕਦਾ? ਗਰਭਪਾਤ ਦੀ ਪੀੜ। 100 ਚਾਕੂ ਮੇਰੇ ਢਿੱਡ ਵਿੱਚ ਫਿਰ ਗਏ। ਬੱਚਾ ਜੰਮਣ ਨਾਲੋਂ ਗਰਭ ਵਿੱਚ ਬੱਚੇ ਦਾ ਨਾਸ ਕਰਨਾ 100 ਗੁਣਾ ਵਧੇਰੇ ਪੀੜ ਹੁੰਦੀ ਹੈ। ਮੈਂ ਦੇਖ ਰਹੀ ਸੀ ਆਪਣੇ ਅਣਜੰਮੇ ਬੱਚੇ ਦੇ ਨਿੱਕੇ ਨਿੱਕੇ ਟੋਟੇ, ਜਿਵੇਂ ਲਹੂ ਵਿੱਚ ਭਿੱਜੇ ਰੂੰ ਦੇ ਫੱਬੇ ਹੋਣ। ਸ਼ਾਇਦ ਇਹ ਹੱਥ ਸਨ ਮੇਰੇ ਬੱਚੇ ਦੇ, ਜਾਂ ਉਸਦੀਆਂ ਮੀਚੀਆਂ ਅੱਖਾਂ ਜੋ ਕਾਲੇ ਲਹੂ ਵਿੱਚ ਵਗ ਰਹੀਆਂ ਸਨ। ਮੈਂ ਦਰਦ ਨਾਲ ਤੜਫ ਰਹੀ ਸਾਂ ਅਤੇ ਤੂੰ ਸਿਰਫ ਆਖ ਦਿੱਤਾ, ਮੈਂ ਸਮਝਦਾ ਹਾਂ ਤੇਰੀ ਪੀੜ ਨੂੰ। ਤੇਰਾ ਇਹ ਫਿਕਰਾ ਮੈਨੂੰ ਬਲਦੇ ਸੂਏ ਵਾਂਗ ਚੁਭਿਆ। ਉਸ ਵੇਲੇ ਮੈਂ ਰੱਬ ਅੱਗੇ ਝੋਲੀ ਅੱਡੀ ਅਤੇ ਦੁਆ ਮੰਗੀ ਕਿ ਤੂੰ ਵੀ ਇਸੇ ਤਰ੍ਹਾਂ ਦੁੱਖ ਝੱਲੇ, ਤੂੰ ਵੀ ਇਸੇ ਤਰ੍ਹਾਂ ਕੰਧਾਂ ਵਿੱਚ ਟੱਕਰਾਂ ਮਾਰੇ ਅਤੇ ਰੋਵੇਂ। ਜਦੋਂ ਬੱਚਾ ਨਸ਼ਟ ਹੋ ਜਾਂਦਾ ਹੈ ਗਿਆ ਤਾਂ ਤੂੰ ਵੀ ਨਸ਼ਟ ਹੋ ਗਿਆ ਸੀ। ਮੈਂ ਤੇਰਾ ਹਾਂ ਰਾਜੀ। ਜ਼ਿੰਦਗੀ ਭਰ ਮੈਂ ਇਸ ਪਾਪ ਦਾ ਸਿਲਾ ਚੁਕਾਉਣ ਲਈ ਤੇਰੇ ਨਾਲ ਹੀ ਰਹਾਂਗਾ, ਤੇਰਾ ਬਦਕਿਸਮਤ ਸਾਥੀ। ਧੰਨਵਾਦ। ਬਾਕੀ ਅਗਲੇ ਭਾਗ ਵਿੱਚ, ਜੋ ਕਿ ਸਾਡਾ ਇਸ ਕਿਤਾਬ ਦਾ ਲਾਸਟ ਭਾਗ ਹੋਵੇਗਾ। ਫਿਰ ਮਿਲਦੇ ਹਾਂ। ਸ਼ੁਕਰੀਆ।